भाई अमृतपाल सिंह ਅਤੇ ਉਹਨਾਂ ਦੇ ਸਾਥੀ ਜਿਹੜੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ, ਉਹਨਾਂ ਦੇ ਜਿੱਥੇ ਉਹਨਾਂ ਨੂੰ ਨਜ਼ਰਬੰਦ ਕੀਤਾ ਹੈ, ਉਹਨਾਂ ਚੱਕੀਆਂ ਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਮਿਲਿਆ ਜਿਹੜਾ ਇਹਨਾਂ ਸਿੰਘਾਂ ਦੀ ਜਿਹੜੀ ਪ੍ਰਾਈਵੇਸੀ ਹੈ, ਨਿੱਜਤਾ, ਉਹ ਸਾਰੇ ਕਾਸੇ ਨੂੰ ਜਿਵੇਂ ਰਿਕਾਰਡ ਕੀਤਾ ਜਾ ਰਿਹਾ ਹੋਵੇ ਤੇ ਕਿਤੇ ਅੱਗੇ ਭੇਜਿਆ ਜਾ ਰਿਹਾ ਹੋਵੇ। ਉਹਨਾਂ ਨੇ ਵਿਰੋਧ ਕਰਨਾ ਹੀ ਸੀ। ਨਾਲ ਦੀ ਨਾਲ ਡਿਬਰੂਗੜ੍ਹ ਪ੍ਰਸ਼ਾਸਨ ਨੇ ਇੱਕ ਮੁਕੱਦਮਾ ਦਰਜ ਕਰਕੇ ਇਹਨਾਂ ਸਿੰਘਾਂ ਦੇ ਉੱਤੇ ਉਲਟਾ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਬਰਾਮਦ ਹੋਈਆਂ, ਮੋਬਾਈਲ ਫੜਿਆ। ਜਦੋਂ ਇਸ ਪੱਧਰ ਤੱਕ ਸਰਕਾਰ ਆ ਗਈ ਹੋਵੇ ਕਿ ਜਿੱਥੇ ਉਹ ਆਪਦਾ ਗੁਸਲ ਪਾਣੀ ਕਰਦੇ ਆ, ਇਸ਼ਨਾਨ ਪਾਣੀ ਕਰਦੇ ਆ, ਨਹਾਉਂਦੇ ਧੋਂਦੇ ਆ, ਉੱਥੇ ਤੱਕ ਵੀ ਕੈਮਰੇ ਲੱਗੇ ਮਿਲਣ ਜਾਂ ਪ੍ਰਾਈਵੇਸੀ ਜਿਹੜੀ ਆ ਉਹ ਇੰਨੀ ਜ਼ਿਆਦਾ ਬੁਰੀ ਤਰ੍ਹਾਂ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਇਹ ਸਪਸ਼ਟ ਆ ਗੱਲ ਕਿ ਪੰਜਾਬ ਦੀ ਸਰਕਾਰ, ਕੇਂਦਰ ਦੀ ਸਰਕਾਰ, ਮੁਲਕ ਦੀਆਂ ਏਜੰਸੀਆਂ ਇਹਨਾਂ ਸਿੰਘਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦੀਆਂ ਨੇ। ਜਿਹੜਾ ਨਵਾਂ ਯੂਥ ਆ ਉਹਨਾਂ ਲਈ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਤੇ ਇਹਨਾਂ ਦੇ ਕਰਕੇ ਜਿਹੜਾ ਖਾਲਿਸਤਾਨੀ ਉਭਾਰ ਆ ਵੀ ਇਹੀ ਬਹੁਤ ਵੱਡੀ ਗੱਲ ਆ। ਆਪੋ ਆਪਦੀ ਧਿਰ ਦੇ ਹਿਸਾਬ ਨਾਲ ਦੂਜੀ ਧਿਰ ਦਾ ਜਿਹੜਾ ਬੰਦਾ ਉਹਨੂੰ ਘੇਰ ਲਓ, ਉਹਦੀ ਵੀਡੀਓ ਬਣਾਓ ਤੇ ਅਵਾ ਤਵਾ ਬੋਲੋ, ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਪੰਥਕ ਤੇ ਖਾਲਿਸਤਾਨੀ ਸਭਾ ਦੀ ਧੜੇਬਾਜ਼ੀ ਆ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦਾ ਦਿਖ ਰਿਹਾ। ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਆਪਦਾ ਸਭ ਕੁਝ ਗਵਾ ਲਿਆ ਵੀ ਉਹਨਾਂ ਸਾਰਿਆਂ ਦਾ ਯੋਗਦਾਨ ਜਦੋਂ ਤੁਸੀਂ ਇਹ ਕਹਿ ਕੇ ਸਿਫਰ ਕਰਨ ਤੇ ਤੁਲੇ ਹੋਏ ਹੋ ਕਿ ਨਹੀਂ ਜੀ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਸਿੱਧੀ ਗੱਲ ਅਗਲੀ ਦੀਪ ਸਿੱਧੂ ਦੀ ਕਰਿਆ ਕਰੋ, ਵਿੱਚ ਵਿਚਾਲੇ ਤਾਂ ਐਵੇਂ ਸੀਗੇ ਬੰਦੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਭਾਈ ਦੀਪ ਸਿੱਧੂ ਜਦੋਂ ਆਪਾਂ ਦੇਖਦੇ ਆ, ਜਦੋਂ ਇਲੈਕਸ਼ਨਾਂ 'ਚ ਉਹਨੇ ਜਿਹੜਾ ਸਭ ਤੋਂ ਵੱਡਾ ਮਾਰਕਾ ਮਾਰਿਆ, ਜਦੋਂ ਇੱਕ ਪਾਸੇ ਕਿਰਪਾਨ ਸ੍ਰੀ ਸਾਹਿਬ ਤੇ ਇੱਕ ਪਾਸੇ ਝਾੜੂ ਫੜ ਕੇ ਸਾਰੀ ਲਕੀਰ ਖਿੱਚੀ, ਇਤਿਹਾਸਕ ਗੱਲ ਕੀਤੀ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਵੀ ਕੋਈ ਸਾਥ ਸਹਿਯੋਗ ਚੱਜ ਹੱਲ ਨਾਲ ਜੇ ਨਹੀਂ ਦੇ ਸਕੇ ਤਾਂ ਇਹਦੇ ਕਾਰਨ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਮਰਥਕ ਸੀ ਉਹਨਾਂ ਨੂੰ ਲੱਭਣੇ ਚਾਹੀਦੇ। ਬਾਕੀਆਂ ਨੂੰ ਸਾਰਿਆਂ ਨੂੰ ਤਾਂ ਆਪਾਂ ਧੱਕਤਾ ਪਰਾਂ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਦੁਆਲੇ ਸਟੇਟ ਨੇ ਸ਼ਿਕੰਜਾ ਕੱਸਤਾ, ਫੇਰ ਧਰਨੇ ਮੁਜ਼ਾਹਰੇ ਕਿਹਨੇ ਕਰਨੇ ਸੀ? ਜੇਕਰ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਜੁਝਾਰੂ ਸ਼ਖਸੀਅਤਾਂ ਦੇ ਵਿਚਾਲੇ ਕੋਈ ਮਤਭੇਦ, ਕੋਈ ਦੂਰੀ, ਕੋਈ ਆਪਸ ਵਿੱਚ ਹੀ ਫਰਕ ਰਹਿ ਗਿਆ ਤਾਂ ਏਡੀ ਕੋਈ ਤੋਪ ਨਹੀਂ ਚੱਲ ਗਈ ਜਿਹੜਾ ਸਾਡੇ ਸੋਸ਼ਲ ਮੀਡੀਆ ਵਾਲੇ ਸਦਾ ਲਈ ਉਹਦੇ 'ਚ ਮਤਲਬ ਕਹਿੰਦੇ ਆ ਵੀ ਜਿਹੜਾ ਧੂਣੀ 'ਚ ਡੱਕਾ ਸੁੱਟੀ ਚੱਲੋ, ਤੇਲ ਪਾਈ ਚੱਲੋ, ਭਾਂਬੜ ਬਚਾ ਕੇ ਰੱਖੋ ਕਿਤੇ, ਕਿਉਂਕਿ ਪੰਪ ਦੇਣਾ ਆਓ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ, ਉਹਨਾਂ ਦੇ ਜਿੱਥੇ ਉਹਨਾਂ ਨੂੰ ਨਜ਼ਰਬੰਦ ਕੀਤਾ ਹੈ, ਉਹਨਾਂ ਚੱਕੀਆਂ ਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਮਿਲਿਆ ਜਿਹੜਾ ਇਹਨਾਂ ਸਿੰਘਾਂ ਦੀ ਜਿਹੜੀ ਪ੍ਰਾਈਵੇਸੀ ਹੈ, ਨਿੱਜਤਾ, ਉਹ ਸਾਰੇ ਕਾਸੇ ਨੂੰ ਜਿਵੇਂ ਰਿਕਾਰਡ ਕੀਤਾ ਜਾ ਰਿਹਾ ਹੋਵੇ ਤੇ ਕਿਤੇ ਅੱਗੇ ਭੇਜਿਆ ਜਾ ਰਿਹਾ ਹੋਵੇ। ਜਦੋਂ ਇਹ ਸਾਰਾ ਕੁਝ ਇਹਨਾਂ ਸਿੰਘਾਂ ਨੂੰ ਉੱਥੇ ਪਤਾ ਲੱਗਿਆ, ਲਾਜ਼ਮੀ ਉਹਨਾਂ ਨੇ ਵਿਰੋਧ ਕਰਨਾ ਹੀ ਸੀ। ਨਾਲ ਦੀ ਨਾਲ ਡਿਬਰੂਗੜ੍ਹ ਪ੍ਰਸ਼ਾਸਨ ਨੇ ਇੱਕ ਮੁਕੱਦਮਾ ਦਰਜ ਕਰਕੇ ਇਹਨਾਂ ਸਿੰਘਾਂ ਦੇ ਉੱਤੇ ਉਲਟਾ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਬਰਾਮਦ ਹੋਈਆਂ, ਮੋਬਾਈਲ ਫੜਿਆ, ਇਹ ਕੀਤਾ, ਉਹ ਕੀਤਾ। ਪਰ ਸੱਚਾਈ ਸਾਰਿਆਂ ਨੂੰ ਪਤਾ ਕਿ ਅਸਲ ਵਿੱਚ ਸਰਕਾਰ ਵੱਲੋਂ ਇਹਨਾਂ ਸਿੰਘਾਂ ਦੀ ਨਜ਼ਰਸਾਨੀ ਰੱਖਣ ਲਈ, ਨਿਗਰਾਨੀ ਰੱਖਣ ਲਈ, ਇਹਨਾਂ ਦੀ ਪਲ ਪਲ ਦੀ ਨਿਗਰਾਨੀ ਰੱਖਣ ਦੇ ਲਈ ਇਹ ਸਾਰਾ ਕੁਝ ਕੀਤਾ। ਹੁਣ ਜਦੋਂ ਇਸ ਪੱਧਰ ਤੱਕ ਸਰਕਾਰ ਆ ਗਈ ਹੋਵੇ ਕਿ ਜਿੱਥੇ ਉਹ ਆਪਦਾ ਗੁਸਲ ਪਾਣੀ ਕਰਦੇ ਆ, ਇਸ਼ਨਾਨ ਪਾਣੀ ਕਰਦੇ ਆ, ਨਹਾਉਂਦੇ ਧੋਂਦੇ ਆ, ਉੱਥੇ ਤੱਕ ਵੀ ਕੈਮਰੇ ਲੱਗੇ ਮਿਲਣ ਜਾਂ ਪ੍ਰਾਈਵੇਸੀ ਜਿਹੜੀ ਆ ਉਹ ਇੰਨੀ ਜ਼ਿਆਦਾ ਬੁਰੀ ਤਰ੍ਹਾਂ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਇਹ ਸਪਸ਼ਟ ਆ ਗੱਲ ਕਿ ਪੰਜਾਬ ਦੀ ਸਰਕਾਰ, ਕੇਂਦਰ ਦੀ ਸਰਕਾਰ, ਮੁਲਕ ਦੀਆਂ ਏਜੰਸੀਆਂ ਇਹਨਾਂ ਸਿੰਘਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦੀਆਂ ਨੇ।
टारगेट किलिंग का मसला जो पहला असी आपदे इस प्रोग्राम दे विच गल्लां कीतियां, खास तौर के उत्ते जो भाई हरमीत सिंह PhD पाकिस्तान दे विच टारगेट किया, उदों तो असी ये गल्लां कीतियां, पर साडा उदों बहुते भाईचारे दे लोकां ने यकीन नहीं सी कीता। आखिर भाई निज्जर के कतल तो बाद खास तौर के उत्ते जो अमरीकन सिस्टम ने निखिल गुप्ता नूं फड़िया, जिन्हां तो ये गल सारे उस स्कैंडल का भांडा फुटिया कि किवें एडवोकेट गुरपतवंत सिंह पन्नू नूं कतल कराउण दी प्लानिंग चल रही है। ते नाल ये भी पता लग्या भी होर भी अड अड मुल्कां दे विच इस तरीके दे सिखां दे कतल जिहड़े आ ओह कीते कराए जाने आ। तो जिहड़े मुल्क दा सिस्टम इन्ना बेखौफ हो के सारे संसार दे विच ठेके दिंदा फिरे, सुपारियां दिंदा फिरे कि तुसीं सिखां दे कतल करो, तां उन्हां तो किसी भी तरीके दे नाल ये शक उन्हां ते जाना करना सिखां दा सुभाविक आ। ते पहला भाई दीप सिद्धू दा ते हुण भाई अमरतपाल सिंह दा किसी तरीके दा नुकसान जिहड़ा है वो इस सिस्टम लाजमी कर सकदा। ते इस गल दे उत्ते जदों आपां चर्चा करदे हां तां एक सवाल जिहड़ा है वो एकदम सामने आउंदा भी फिर सिख जगत वल्लों जिस तरीके की प्रतिक्रिया होनी चाहिए सी, वड्डे धरने मुजाहरे जां रोस विखावे, वो कातों नहीं हो रहे। ये गल पिछले दिनी जदों भाना सिद्धू फड़िया उस तो बाद जदों वड्डे इकट्ठ होए उदों भी उभरी सी। ते इस गल दा अड अड मौकिआं दे उत्ते चर्चा हुंदी रहिंदी है कि अमरतपाल सिंह हुणां दे साथ सहयोग दे विच लोकां दी उहो जी लामबंदी क्यों नहीं हुई। तो इस गल दे उत्ते जदों असीं सच्चाई बयान करिए तो बहुत सारे भैण भरावां नूं वो सच्चाई जिहड़ी आ प्रवान नहीं हुंदी। तो इस करके हरेक बंदा पासा वटदा टाला वटदा सच्चाई दस्सण, पर असीं कोशिश करदे हां जिन्हां नूं भैण भरावां नूं ये गल चंगी लगू उन्हां दा भी धन्नवाद, जिन्हां नूं प्रवान ना हुई उन्हां दा भी धन्नवाद। सच्चाई ये आ कि पिछले लंबे अरसे तो पंजाब की धरती उत्ते पंथक सफां दे विच खालिस्तान का एजेंडा लैके बहुत सारियां शख्सियतां ते बहुत सारियां जथेबंदियां पहलों ही सरगर्म सी। ये वखरी गल आ कि उन्हां दे उत्ते एक दबाव सी, खाड़कू लहर दौरान जिस तरीके का माहौल बनिया रहा उहदा भी दबाव, दूजे पासे सिख जगत वालों ये दबाव कि देखियो किते नुकसान ना हो जे, देखियो तुसीं पहला भी बड़े बंदे मर गए, पहला भी अपना ऐ हो गया वो हो गया। तो इस सारे कासे दे करके जां होर बहुत सारियां गल्लां हुंदियां ने जिहड़ियां इत्थे बयान करन दी लोड़ नहीं, जिन्हां नूं समझ आ उन्हां नूं सारा कुछ ही पता भी की असीं कह रहे हैं। तो इन्हां चक्करां दे विच चाहे वो भाई दलजीत सिंह बिट्टू वाला ग्रुप आ, चाहे दल खालसा है, चाहे श्रोमणी अकाली दल अंमृतसर आ, चाहे होर इत्थे बहुत सारियां शख्सियतां ते धड़े जां धिरां ने जिन्हां ने आपदे वल्लों जिन्नी क उन्हां तो सरदी बनदी सी वो खालिस्तान की गल, कौम के आज़ादी संघर्ष की गल करदे कराउंदे रहे। जिहड़े नौजवान सोशल मीडिया ते आउण मौके जां हुण खालिस्तान के झंडे एजेंडे नारे नूं चक के पंजाब च सरगर्म ने, ये सारे इन्हां ही शख्सियतां ते जथेबंदियां दे यत्नां करके इन्ने जोगे होए ने। ये जिहड़ा माहौल सिरजिया गया ये उन्हां लोकां दा ही आ जिन्हां ने बीते लंबे अरसे तो खालिस्तान की गल, संत भिंडरां वालियां दे संघर्ष की गल नूं अगे जारी रखे। हाँ ये गल जरूर कही जा सकती है कि हुण जदों भाई अमरतपाल सिंह जां दीप सिद्धू ते किसान संघर्ष वाले वरतारे तो बाद खालिस्तान के संघर्ष नूं एक नवी हाइप मिली, नवी बुलंदी मिली, जिस विच कनेडा अमेरिका ते होरनां मुल्कां दे विच होण वालीआं सरगर्मियां ने भी योगदान पाया। तां इह एक गल तां मन्नणी पऊगी कि जिहड़ा नवां यूथ आ उन्हां लई भाई दीप सिद्धू ते भाई अमरतपाल सिंह ते इन्हां दे करके जिहड़ा खालिस्तानी उभार आ भी यही बहुत वड्डी गल आ। ते इन्हां भैण भरावां नूं खास तौर ते सोशल मीडिया वाले भैण भरावां नूं जिहड़ा दल खालसा दा, श्रोमणी अकाली दल अंमृतसर दा ते भाई दलजीत सिंह बिट्टू ग्रुप दा जां होर बहुत सारियां धिरां धड़ियां दा जिहड़ा योगदान आ वो कोई बहुता वड्डी गल नहीं लगदी भी इहदा एवें सीगे तां जक्कड़ जुक्कड़ जे मारन वाले एवें झंडे जी चक्क के तुरे फिरदे आ, एवें सैमीनार जे करदे फिरदे आ, एवें इन्हां नूं कदे पुलिस ने फड़ लिया कदे छड्डता, ये कोई बंदे थोड़ी आ।
ਇਹ ਪ੍ਰਭਾਵ ਦੇਣ ਦਾ ਬਹੁਤ ਜਿੱਦ ਨਾਲ ਪੂਰਾ ਮਤਲਬ ਮਿਹਨਤ ਕੀਤੀ ਜਾ ਰਹੀ ਆ ਵੀ ਇਹ ਕਿਹਾ ਜਾ ਸਕੇ ਕਿ ਅਸੀਂ ਜਿਹੜੇ ਸੋਸ਼ਲ ਮੀਡੀਆ ਦੇ ਰਾਹੀਂ ਖਾਲਿਸਤਾਨ ਦੀ ਗੱਲ ਕਰਾਉਣ ਵਾਲੇ ਆ ਜਾਂ ਦੀਪ ਸਿੱਧੂ ਤੇ ਅਮਰਤਪਾਲ ਸਿੰਘ ਦੀ ਗੱਲ ਕਰਦੇ ਆ, ਅਸੀਂ ਤਾਂ ਬਹੁਤ ਵੱਡੀ ਗੱਲ ਕਰਦੇ ਆ। ਇਹ ਜਿਹੜੇ ਬਾਕੀ ਨੇ ਇਹ ਤਾਂ ਐਵੇਂ ਮਤਲਬ ਹੈਗੇ ਆ, ਬਕਾਊ ਨੇ, ਇਹ ਤਾਂ ਜੀ ਐਵੇਂ ਬਸ ਇਹਨਾਂ ਦੀ ਲੱਤਾਂ 'ਚ ਜਾਨ ਹੀ ਨਹੀਂ। ਇਹ ਕਿੱਥੇ ਦੁਸ਼ਮਣ ਦੀ ਸਟੇਟ ਦੀ ਅੱਖ 'ਚ ਪਾ ਕੇ ਅੱਖ ਗੱਲ ਕਰਨ ਜੋਗੇ। ਤੋ ਜਿਹੜੇ ਭੈਣ ਭਰਾਵਾਂ ਨੂੰ ਦੀਪ ਸਿੱਧੂ ਤੇ ਅਮਰਤਪਾਲ ਸਿੰਘ ਦੇ ਵਰਤਾਰੇ ਤੋਂ ਬਾਅਦ ਖਾਲਿਸਤਾਨੀ ਏਜੰਡੇ ਦੇ ਵਿੱਚ, ਖਾਲਿਸਤਾਨੀ ਝੰਡੇ ਦੇ ਵਿੱਚ ਚੇਟਕ ਜਾਗੀ ਆ, ਉਹਨਾਂ ਦਾ ਸਵਾਗਤ ਆ। ਉਹਨਾਂ ਦੇ ਭੈੜੇ ਤੋਂ ਭੈੜੇ, ਮਾੜੇ ਤੋਂ ਮਾੜੇ ਹਮਲੇ ਜਿਹੜੇ ਨੇ ਖਾਲਿਸਤਾਨੀ ਸ਼ਖਸੀਅਤਾਂ ਤੇ ਜਥੇਬੰਦੀਆਂ ਦੇ ਖਿਲਾਫ ਜਿਹੜਾ ਉਹਨਾਂ ਦਾ ਰੋਸ ਆ ਜਾਂ ਉਹਨਾਂ ਦੇ ਦਿਲ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਸੱਚੀਆਂ, ਕੋਈ ਗਲਤ ਬਿਆਨੀਆਂ ਨੇ, ਕਈ ਸਹੀ ਨੇ, ਉਹ ਸਾਰੀਆਂ ਦਾ ਹੀ ਸਵਾਗਤ ਆ। ਗੱਲ ਤਾਂ ਇਹ ਆ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ। ਮੰਨ ਲਈ ਤੁਹਾਡੀ ਗੱਲ ਕਿ ਭਾਈ ਦਲਜੀਤ ਸਿੰਘ ਬਿੱਟੂ ਵਾਲਾ ਗਰੁੱਪ ਬਿਲਕੁਲ ਬੇਕਾਰ ਆ, ਦਲ ਖਾਲਸਾ ਵਾਲਿਆਂ ਨੂੰ ਅਗਲੀ ਨਹੀਂ, ਤੇ ਜਿਹੜੇ ਭਾਈ ਆਪਣੇ ਸਿਮਰਜੀਤ ਸਿੰਘ ਮਾਨ ਵਾਲੀ ਧਿਰ ਆ ਉਹਨਾਂ ਦੇ ਪੱਲੇ ਦਾਣੇ ਨਹੀਂ। ਬਈ ਮੰਨ ਲਈ ਗੱਲ ਕਿ ਜਿਹੜੇ ਬੰਦੇ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਕਰਕੇ ਖਾਲਿਸਤਾਨ ਦੇ ਸੰਘਰਸ਼ ਵਿੱਚ ਸ਼ਾਮਲ ਹੋਏ ਨੇ, ਵੀ ਇਹਨਾਂ ਨੇ ਤਾਂ ਫੱਟੇ ਚੱਕ ਦੇਣੇ ਆ ਤੇ ਮੰਜ਼ਿਲ ਤੇ ਪਹੁੰਚਾ ਦੇਣਾ, ਤੇ ਬਾਕੀ ਸਾਰਿਆਂ ਦਾ ਕੋਈ ਯੋਗਦਾਨ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਤੇ ਇਹ ਵੀ ਗੱਲ ਤੁਹਾਡੀ ਮੰਨ ਲੈਂਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਸਿੱਧਾ ਦੀਪ ਸਿੱਧੂ ਹੀ ਆ, ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਆ। ਬਈ ਵਿੱਚ ਵਿਚਾਲੇ ਜਿਹੜੇ ਬੰਦਿਆਂ ਨੇ ਜਾਨਾਂ ਗਵਾਤੀਆਂ, ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਪੰਥ ਦੀ ਲੜਾਈ ਲੜੀ, ਦਿੱਲੀ ਦੇ ਜਿਹੜੇ ਦੱਲੇ ਸੀ ਉਹਨਾਂ ਨੂੰ ਠੋਕਿਆ, ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਆਪਦਾ ਸਭ ਕੁਝ ਗਵਾ ਲਿਆ, ਵੀ ਉਹਨਾਂ ਸਾਰਿਆਂ ਦਾ ਯੋਗਦਾਨ ਜਦੋਂ ਤੁਸੀਂ ਇਹ ਕਹਿ ਕੇ ਸਿਫਰ ਕਰਨ ਤੇ ਤੁਲੇ ਹੋਏ ਹੋ ਕਿ ਨਹੀਂ ਜੀ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਸਿੱਧੀ ਗੱਲ ਅਗਲੀ ਦੀਪ ਸਿੱਧੂ ਦੀ ਕਰਿਆ ਕਰੋ, ਵਿੱਚ ਵਿਚਾਲੇ ਤਾਂ ਐਵੇਂ ਸੀਗੇ ਬੰਦੇ। ਇਹ ਵੀ ਗੱਲ ਤੁਹਾਡੀ ਮੰਨ ਲੈਂਦੇ ਆ, ਕੋਈ ਫਿਕਰ ਨਹੀਂ ਇਸ ਗੱਲ ਦੇ ਨਾਲ। ਜੇਕਰ ਖਾਲਿਸਤਾਨ ਦਾ ਏਜੰਡਾ, ਖਾਲਿਸਤਾਨ ਦਾ ਸੰਘਰਸ਼ ਹੋਰ ਜ਼ਿਆਦਾ ਮਜ਼ਬੂਤ ਹੁੰਦਾ ਹੋਵੇ, ਇਸ ਗੱਲ ਦੇ ਨਾਲ ਕੰਪਰੋਮਾਈਜ਼ ਕਰ ਲੈਣਾ ਜਾਂ ਇਹਨੂੰ ਬਰਦਾਸ਼ਤ ਕਰ ਲੈਣਾ, ਇਸ ਜਲਾਲਤ ਨੂੰ ਪੀ ਜਾਣਾ, ਜਿਹੜੇ ਸਿੱਖ ਸੰਘਰਸ਼ ਵਿੱਚ ਕੁਰਬਾਨੀਆਂ ਕਰਨ ਵਾਲੇ ਪਰਿਵਾਰ ਨੇ ਜਾਂ ਜਿਨ੍ਹਾਂ ਨੇ ਜ਼ਫਰ ਜਾਲੇ ਆ, ਉਹ ਜੇਕਰ ਮੰਜ਼ਿਲ ਮਿਲ ਜਾਵੇ ਤਾਂ ਹੋ ਸਕਦਾ ਉਹ ਇਹ ਵੀ ਬਰਦਾਸ਼ਤ ਕਰ ਲੈਣ ਕਿ ਤੁਸੀਂ ਕੀਤਾ ਹੀ ਕੁਛ। ਤੋਂ ਪਹਿਲਾਂ ਵਾਲਿਆਂ ਨੇ ਜਦੋਂ ਕੀਤਾ ਹੀ ਕੁਛ ਨਹੀਂ, ਤਾਂ ਜਿਨ੍ਹਾਂ ਨੇ ਹੁਣ ਕਰਕੇ ਦਿਖਾਉਣਾ ਜਾਂ ਕਰ ਰਹੇ ਨੇ, ਉਹਨਾਂ ਦੇ ਵਿਚਾਲੇ ਇੰਨੀ ਕੁ ਤਾਂ ਸਹਿਮਤੀ ਬਣਾਈ ਹੋਈ ਜਾ ਸਕਦੀ ਆ ਕਿ ਠੀਕ ਆ ਭਾਈ, ਪਹਿਲਾਂ ਵਾਲਿਆਂ ਦਾ ਸਾਰਿਆਂ ਦਾ ਸਿਫਰ, ਤੇ ਹੁਣ ਤੁਸੀਂ 100/100 ਨੰਬਰ ਲੈ ਕੇ ਪਾਸ ਹੋ ਕੇ ਪੰਥ ਦੇ ਪਰਚੇ ਚੋਂ ਤੇ ਖਾਲਿਸਤਾਨ ਜਿਹੜਾ ਹੈਗਾ ਉਹ ਸਿਰਜ ਕੇ ਦੇ ਰਹੇ ਹੋ, ਤੇ ਬਹੁਤ ਚੰਗੀ ਗੱਲ। ਤੇ ਜਿੰਨੇ ਵੀ ਦੂਸ਼ਣ, ਜਿੰਨੇ ਵੀ ਇਲਜ਼ਾਮ, ਜਿੰਨੇ ਵੀ ਮਾੜੇ ਚੰਗੇ ਬੋਲ ਬੀਤੇ ਸੰਘਰਸ਼ ਦੇ ਸਿੰਘਾਂ ਬਾਰੇ ਕਹੇ ਜਾ ਰਹੇ ਨੇ, ਉਹਨਾਂ ਦੇ ਨੁਕਸ ਗਣਾਏ ਜਾ ਰਹੇ ਨੇ, ਉਹਨਾਂ ਦੀਆਂ ਘਾਟਾਂ ਗਣਾਈਆਂ ਜਾ ਰਹੀਆਂ ਨੇ, ਇੱਥੋਂ ਤੱਕ ਵੀ ਕਦੇ ਕਦੇ ਲੱਗਦਾ ਵੀ ਦਿੱਲੀ ਦੇ ਹਮਲੇ ਜਿਹੜੇ ਸੀ, ਜੋ ਕੁਝ ਦਿੱਲੀ ਜਾਂ ਭਾਰਤੀ ਏਜੰਸੀਆਂ ਜਾਂ ਹਕੂਮਤੀ ਨਿਜ਼ਾਮ ਖਾੜਕੂ ਜੱਦੋ-ਜਹਿਦ ਖਿਲਾਫ, ਖਾੜਕੂ ਸੰਘਰਸ਼ ਖਿਲਾਫ, ਖਾੜਕੂ ਜਥੇਬੰਦੀਆਂ ਖਿਲਾਫ, ਖਾੜਕੂ ਸ਼ਖਸੀਅਤਾਂ ਖਿਲਾਫ, ਖਾੜਕੂਆਂ ਦੇ ਐਕਸ਼ਨਾਂ ਖਿਲਾਫ ਕਹਿੰਦਾ ਰਿਹਾ, ਜੋ ਦਿੱਲੀ ਦਰਬਾਰ ਕਹਿੰਦਾ ਰਿਹਾ, ਏਜੰਸੀਆਂ ਕਹਿੰਦੀਆਂ ਰਹੀਆਂ, ਉਹੀ ਸਾਰਾ ਕੁਝ ਹੁਣ ਕਿਸੇ ਨਾ ਕਿਸੇ ਥੋੜੇ ਜਿਹੇ ਬਦਲਵੇਂ ਸ਼ਬਦਾਂ ਦੇ ਵਿੱਚ ਸਾਡੇ ਭਾਈਚਾਰੇ ਵੱਲੋਂ, ਜਿਹੜੇ ਨਵੇਂ ਖਾਲਿਸਤਾਨੀ ਸੰਘਰਸ਼ ਵਿੱਚ ਆਏ ਨੇ, ਉਹਨਾਂ ਵੱਲੋਂ ਕਿਹਾ ਜਾ ਰਿਹਾ। ਤੇ ਕੋਈ ਗੱਲ ਨਹੀਂ, ਸਮਾਂ ਹੁੰਦਾ ਹਰ ਗੱਲ ਦਾ। ਹੋ ਸਕਦਾ ਅੱਜ ਤੋਂ 5-10 ਸਾਲ ਬਾਅਦ ਜਿਹੜੇ ਇਲਜ਼ਾਮ ਮੌਜੂਦਾ ਦੌਰ ਦੇ ਖਾਲਿਸਤਾਨੀ ਸਿੰਘ ਦੂਜਿਆਂ ਉੱਤੇ ਲਾ ਰਹੇ ਨੇ, ਇਹਨਾਂ ਤੋਂ ਬਾਅਦ ਵਿੱਚ ਆਉਣ ਵਾਲੇ ਇਹਨਾਂ ਨੂੰ ਘੇਰੀ ਬੈਠੇ ਹੁਣ ਵੀ ਤੁਸੀਂ ਕੀਤਾ ਕੀ। ਇਹ ਤਾਂ ਉਵੇਂ ਦੀ ਗੱਲ ਆ ਜਿਵੇਂ ਆਪਣੇ ਪਿੰਡਾਂ 'ਚ ਹੁੰਦਾ ਨਾ, ਵੀ ਹਰੇਕ ਜਿਹੜਾ ਨੌਜਵਾਨ ਹੁੰਦਾ ਉਹ ਆਪਦੇ ਪਿਓ ਨੂੰ ਜਾਂ ਆਪਦੇ ਦਾਦੇ ਨੂੰ ਇਹ ਗੱਲ ਜ਼ਰੂਰ ਸੁਣਾਉਂਦਾ ਵੀ ਤੁਸੀਂ ਕੀਤਾ ਕੀ ਆ, ਤੁਹਾਨੂੰ ਮੈਂ ਦਿਖਾਊਂ ਕਰਕੇ। ਜਿਵੇਂ ਲਾਰਿਆਂ ਦਾ ਨਿਆਣਾ ਦੁਕਾਨ ਤੇ ਲਾਲੇ ਨੂੰ ਕਹਿੰਦਾ ਹੈਗਾ ਵੀ ਤੂੰ ਹੁਣ ਘਰੇ ਬੈਠਾ ਕਰ ਲਾਲਾ, ਹੁਣ ਸ਼ੋਰੂਮ ਮੈਂ ਬਣਾ ਕੇ ਦਿਖਾਊਂ ਤੈਨੂੰ, ਨਿੱਕੀ ਜਿਹੀ ਦੁਕਾਨ ਖੋਲੀ ਬੈਠਾ, ਇਹ ਤਾਂ ਕੋਈ ਬਣਨਾ। ਤੋ ਇਹ ਚੀਜ਼ਾਂ ਤਾਂ ਪਰਿਵਾਰਾਂ 'ਚ ਵੀ ਚੱਲਦੀਆਂ, ਸਮਾਜ ਵਿੱਚ ਵੀ ਚੱਲਦੀਆਂ, ਤਾਂ ਕੌਮ ਵਿੱਚ ਵੀ ਹੁਣ ਇਹ ਰੁਝਾਨ ਆ ਚੁੱਕਿਆ ਵਾ। ਪਰ ਸਾਡੀ ਚਿੰਤਾ ਇਸ ਗੱਲ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਆ ਉਹ ਇਹ ਆ ਕਿ ਨਵੀਂ ਪੀੜ੍ਹੀ, ਜਿਹੜੀ ਨਵੇਂ ਯੁੱਗ ਦੇ ਪੰਥਕ ਜਾਂ ਖਾਲਿਸਤਾਨੀ ਸਫਾਂ ਦੇ ਯੋਧੇ ਆ ਜਿਹੜੇ, ਉਹਨਾਂ ਕੋਲੇ ਧੀਰਜ, ਠਰਮਾ, ਤਹੰਮਲ ਨਾਲ ਗੱਲ ਕਰਾਉਣ ਦੀ, ਉਹ ਤਾਂ ਹੁਣ ਅੱਗ ਦੀਆਂ ਨਾਲਾਂ ਨੇ। ਮਤਲਬ ਜਿਹਦੀ ਮਰਜ਼ੀ ਬੇਇੱਜ਼ਤੀ ਕਰਾ ਲਓ, ਬੁਰਛਾਗਰਦੀ ਵਾਲਾ ਜਿਹੜਾ ਰੁਝਾਨ ਆ ਉਹ ਜ਼ੋਰ ਫੜ ਰਿਹਾ।
ਜਿਵੇਂ ਭਾਰਤ ਦੇ ਵਿੱਚ ਜਿਹੜਾ ਅਰਨਬ ਗੋਸਵਾਮੀ ਆ, ਜਦੋਂ ਉਹ ਟੀਵੀ ਚੈਨਲਾਂ ਦੇ ਉੱਤੇ ਉਹਨੇ ਸ਼ੁਰੂ ਕੀਤਾ ਸੀ ਨਾ ਬਈ ਸੱਦ ਕੇ ਕਿਸੇ ਨੂੰ ਉਹਦੀ ਬੇਇੱਜ਼ਤੀ ਕਰਨੀ, ਉਹਨੂੰ ਜਲੀਲ ਕਰਨਾ ਤੇ ਉੱਚੀ ਉੱਚੀ ਬੋਲਣਾ, ਚੀਕਾਂ ਚੰਗਿਆੜਾ ਜਿਹੀਆਂ ਮਾਰਨੀਆਂ ਤੇ ਲਾਈਵ ਬੰਦੇ ਦਾ ਜਲੂਸ ਕੱਢਣਾ, ਉਹ ਫਿਰ ਬਾਕੀ ਚੈਨਲਾਂ ਨੇ ਵੀ ਫੜ ਲਿਆ। ਹੌਲੀ ਹੌਲੀ ਉਹ ਸੋਸ਼ਲ ਮੀਡੀਆ ਤੇ ਆ ਗਿਆ। ਹੁਣ ਤਾਂ ਸੌਖਾ ਹੀ ਆ ਕੰਮ ਵੀ ਆਪੋ ਆਪਦੀ ਧਿਰ ਦੇ ਹਿਸਾਬ ਨਾਲ ਦੂਜੀ ਧਿਰ ਦਾ ਜਿਹੜਾ ਬੰਦਾ ਉਹਨੂੰ ਘੇਰ ਲਓ, ਉਹਦੀ ਵੀਡੀਓ ਬਣਾਓ ਤੇ ਅਵਾ ਤਵਾ ਬੋਲੋ। ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਪੰਥਕ ਤੇ ਖਾਲਿਸਤਾਨੀ ਸਫਾਂ ਦੀ ਧੜੇਬਾਜ਼ੀ ਆ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦਾ ਦਿਖ ਰਿਹਾ ਬਈ ਇੱਕ ਬੰਦਾ ਦੂਜੀ ਧਿਰ ਦਾ ਘੇਰ ਲਓ ਤੇ ਉਹਨੂੰ ਜਲੂਸ ਜਾਂ ਕੱਢੋ, ਉਹਦਾ ਜਲੀਲ ਕਰੋ ਫਿਰ ਦੂਜੀ। ਸੋ ਇਹ ਜਿਹੜੀਆਂ ਧਿਰਾਂ ਧੜਿਆਂ ਦੀ ਆਪਸੀ ਮਤਲਬ ਵਿਰੋਧਤਾਈ ਆ ਜਾਂ ਇੱਕ ਦੂਜੇ ਨਾਲ ਅੜਫਸ ਆ, ਇਹ ਆਉਣ ਵਾਲਾ ਜਿਹੜਾ ਸਮਾਂ ਉਹਦੇ ਚ ਜਾਪ ਦਾ ਵੀ ਕੰਮ ਵਿਗੜੂਗਾ। ਇੱਥੇ ਅਸੀਂ ਆ ਇੱਕ ਗੱਲ ਦੱਸਣੀ ਚਾਹਾਂਗੇ ਕਿ ਕੱਲ ਪਰਸੋਂ ਸਾਡੇ ਇੱਕ ਪੰਥਕ ਸਫਾਂ ਦੇ ਵਿੱਚ ਨਸ਼ਿਆਂ ਦੇ ਮਾਮਲੇ ਉੱਤੇ ਜਿਹਨਾਂ ਨੇ ਬਹੁਤ ਵੱਡੀ ਲੜਾਈ ਲੜ ਰਿਹਾ ਪਰਵਿੰਦਰ ਸਿੰਘ ਝੋਟਾ, ਉਹਨੂੰ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਬਣ ਰਹੀ ਆ ਵੀ ਜਿਵੇਂ ਉਹ ਦਾਲ ਆ ਕੇ ਬੈਠਾ ਹੋਵੇ ਵੀ ਕਦੋਂ ਗਿਆਨੀ ਹਰਪ੍ਰੀਤ ਸਿੰਘ ਅੜਿੱਕੇ ਆਉਂਦਾ ਤੇ ਉਹਨੂੰ ਘੇਰ ਕੇ ਮੈਂ ਕੁਝ ਸਵਾਲ ਕਰਾਂ। ਗਿਆਨੀ ਹਰਪ੍ਰੀਤ ਸਿੰਘ ਬਾਦਲ ਦਲ ਦਾ ਥਾਪਿਆ ਹੋਇਆ ਜਥੇਦਾਰ ਆ। ਪਹਿਲੀ ਗੱਲ ਤਾਂ ਆਪਣੀ ਪੰਥਕ ਧਿਰਾਂ ਨੇ ਤਾਂ ਚੱਬੇ ਚ ਸਰਬੱਤ ਖਾਲਸਾ ਕਰਕੇ ਗਿਆਨੀ ਆਪਣੇ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਤੇ ਹੋਰ ਜਿਹੜੇ ਉੱਥੇ ਜਥੇਦਾਰ ਥਾਪੇ ਸੀ, ਤੇ ਇਸ ਹਿਸਾਬ ਦੇ ਨਾਲ ਬਾਦਲ ਦਲ ਦੇ ਜਥੇਦਾਰਾਂ ਤੋਂ ਆਪਾਂ ਕੀ ਭਾਲਦੇ? ਪਹਿਲੀ ਤਾਂ ਇਹ ਗੱਲ ਆ। ਦੂਜੀ ਗੱਲ ਆ ਵੀ ਚਲੋ ਮੰਨ ਲਓ ਵੀ ਆਪਾਂ ਉਹਨਾਂ ਨੂੰ ਕੁਝ ਮੰਨਦੇ ਆ, ਤਾਂ ਫਿਰ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਵੀ ਸਾਡੇ ਕੋਲੇ ਕੋਈ ਸਲੀਕਾ, ਕੋਈ ਧੀਰਜ ਨਾਲ ਅਸੀਂ ਵਕਤ ਲੈ ਕੇ ਮਿਲੋ। ਉੱਥੇ ਅੰਦਰ ਵੀਡੀਓ ਬਣਾਉਣ ਦੀ ਲੋੜ ਨਹੀਂ, ਚਾਹੇ ਉਹਦੇ ਨੂੰ ਵੀ ਜ਼ਿਆਦਾ ਤਲਖੀ ਨਾਲ ਗੱਲ ਕਰ ਲਓ। ਪਰ ਜਦੋਂ ਆਪਾਂ ਇਹੋ ਜਿਹੇ ਜਿਹੜੇ ਅਹੁਦੇਦਾਰ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ, ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ, ਹੁਣ ਆਪਾਂ ਗੱਲ ਤਾਂ ਇਹ ਕਰਦੇ ਹਾਂ ਕਿ ਇਹਨਾਂ ਸ਼ਖਸੀਅਤਾਂ ਦੇ ਵਿੱਚ ਬਹੁਤ ਸਾਰੇ ਔਗਣ ਨੇ, ਘਾਟਾਂ ਨੇ, ਪਰ ਆਪਾਂ ਅਹੁਦਿਆਂ ਦਾ, ਸਾਡੀਆਂ ਵੱਡੀਆਂ ਸਰਮੌਰ ਜਿਹੜੀਆਂ ਸੀਟਾਂ ਨੇ, ਉੱਥੇ ਬੈਠੇ ਲੋਕਾਂ ਦਾ ਜੇ ਇਸ ਤਰੀਕੇ ਨਾਲ ਜਲੂਸ ਜਾ ਕੱਢਾਂਗੇ ਤਾਂ ਫਿਰ ਜਿਹੜਾ ਦੁਸ਼ਮਣ ਆ ਉਹਦੇ ਉੱਤੇ ਆਪਾਂ ਕੀ ਉਹਨੂੰ ਕਹੀਏ, ਉਹ ਤਾਂ ਉਹਦੇ ਨੂੰ ਜ਼ਿਆਦਾ ਜਲੂਸ ਕੱਢ ਸਕਦੇ। ਮੈਂ ਪਿਛਲੇ ਦਿਨ ਇੱਕ ਰਿਪੋਰਟ ਕੀਤੀ ਸੀ ਜਿਹਦੇ ਵਿੱਚ ਆਪਾਂ ਜਥੇਦਾਰ ਸੰਤੋਖ ਸਿੰਘ ਦਿੱਲੀ ਵਾਲੇ ਦੀ ਕਹਾਣੀ ਬਿਆਨ ਕੀਤੀ ਸੀ। ਜੇ ਤੁਹਾਡੇ ਕਿਸੇ ਦੇ ਚੇਤੇ ਹੋਵੇ ਤਾਂ ਉਹਦਾ ਮੇਨ ਨੁਕਤਾ ਇਹੀ ਸੀਗਾ ਬਈ ਪਹਿਲਾਂ ਜਿਹੜਾ ਲਾਰਾ ਜਗਤ ਨਾਰਾਇਣ ਉਹਦਾ ਸੌਦਾ ਲੱਗਿਆ ਸੀ। ਲਾਰਾ ਜਗਤ ਨਾਰਾਇਣ ਨੇ ਕੀ ਕੀਤਾ ਸੀ, ਉਹਨੇ ਆਪਦੇ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ ਲਗਾਤਾਰ ਇਹ ਲਿਖਿਆ ਵੀ ਜਿਹੜੇ ਜਥੇਦਾਰ ਹੈਗੇ ਅਕਾਲ ਤਖਤ ਸਾਹਿਬ ਦੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਟੋੜਾ ਸਾਹਿਬ ਤੇ ਅਜਨੋਹਾ ਸਾਹਿਬ, ਵੀ ਇਹ ਜਿਹੜਾ ਬਾਹਰਲੇ ਮੁਲਕਾਂ ਦੇ ਦੌਰੇ ਤੇ ਗਏ ਨੇ, ਇਹ ਤਾਂ ਜੀ ਮਤਲਬ ਦੇਸ਼ ਦੇ ਗਦਾਰ ਨੇ। ਇਹ ਮਤਲਬ ਬਹੁਤ ਮਾੜੇ ਚੰਗੇ ਸ਼ਬਦ ਉਹਨੇ ਉਹਨਾਂ ਗੱਲਾਂ ਦੇ ਆਧਾਰ ਤੇ, ਜਿਹੜੀਆਂ ਗੱਲਾਂ ਬਾਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵਿਦੇਸ਼ਾਂ ਦੇ ਵਿੱਚ ਆਪਦੇ ਦੌਰੇ 'ਚ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਸੀ, ਉਹਨਾਂ ਵਿਚਾਰਾਂ ਦੇ ਆਧਾਰ ਤੇ ਇੱਕ ਲੇਖਾਂ ਦੀ ਲੜੀ ਲਿਖੀ ਸੀ, ਜਿਹਦੇ ਕਰਕੇ ਸਾਡੇ ਸਿੱਖ ਜਗਤ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ। ਤੇ ਜਿਵੇਂ ਸਰਦਾਰ ਅਜਮੇਰ ਸਿੰਘ ਨੇ ਆਪਦੀ ਕਿਤਾਬ ਜਿਹੜੀ 20ਵੀਂ ਸਦੀ ਦੀ ਸਿੱਖ ਰਾਜਨੀਤੀ ਹੈ, ਉਹਦੇ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਜਿਹੜੇ ਵਿਚਾਰ ਸੀਗੇ ਉਹਦੇ ਲਾਰੇ ਜਗਤ ਨਾਰਾਇਣ ਦੇ, ਇਹ ਪੜ੍ਹ ਕੇ ਇਉਂ ਲੱਗਿਆ ਜਿਵੇਂ ਕਿਸੇ ਲਾਰੇ ਨੇ ਸ਼ਰੇ ਬਾਜ਼ਾਰ ਸਭ ਤੋਂ ਮਤਲਬ ਕਿਸੇ ਸਾਡੇ ਸਿੱਖ ਜਗਤ ਦੀ ਪੱਗ ਨੂੰ ਹੱਥ ਪਾ ਲਿਆ। ਔਰ ਬਹੁਤ ਭੈੜੇ ਮਾੜੇ ਉਹਨੇ ਲੇਖ ਲਿਖੇ ਸੀ। ਤੇ ਲਾਰਾ ਜਗਤ ਨਾਰਾਇਣ ਇਸ ਗੱਲ ਦੇ ਲਈ ਸਿੱਖ ਜਗਤ ਦੇ ਰੋਹ ਦਾ ਸ਼ਿਕਾਰ ਹੋ ਗਿਆ। ਉਹਨੂੰ 9 ਸਤੰਬਰ ਨੂੰ ਇੱਥੇ ਗੱਡੀ ਚਾੜ ਦਿੱਤਾ ਗਿਆ ਲੁਧਿਆਣੇ ਤੋਂ। ਜਦੋਂ ਲਾਰਾ ਜਗਤ ਨਾਰਾਇਣ ਸੋਧਾ ਲੱਗਿਆ, ਉਸ ਤੋਂ ਬਾਅਦ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਲਈ ਯਤਨ ਕੀਤਾ ਸਰਕਾਰ ਨੇ। ਚੰਦੋ ਕਲਾਂ ਦੇ ਵਿੱਚ ਜਦੋਂ ਲੁਧਿਆਣਾ ਪੁਲਿਸ ਗਈ ਆ, ਇਹਨਾਂ ਬੁੱਚੜ ਪੁਲਿਸੀਆਂ ਨੇ ਉੱਥੇ ਜੋ ਉਪੱਦਰ ਕੀਤਾ, ਜਿਸ ਤਰੀਕੇ ਨਾਲ ਅੱਗਾਂ ਲਾਈਆਂ, ਸਾਡੇ ਗੁਰਬਾਣੀ ਦੀ ਬੇਅਦਬੀ ਕੀਤੀ, ਸਿੰਘਾਂ ਨੂੰ ਮਾਰਿਆ ਕੁੱਟਿਆ, ਉਹ ਸਾਰਾ ਕੁਝ ਇੱਕ ਵੱਖਰੀ ਦਾਸਤਾਨ। ਉਪਰੰਤ ਫਿਰ ਮਹਿਤਾ ਚੌਕ ਨੂੰ ਘੇਰਾ ਪਾ ਕੇ ਬਹਿ ਗਏ, ਕਿਉਂਕਿ ਮਹਾਂਪੁਰਸ਼ ਇੱਥੇ ਆ ਗਏ ਸੀ। ਇੱਥੇ ਫਿਰ ਮਹਾਂਪੁਰਸ਼ਾਂ ਨੇ, ਸੰਤ ਭਿੰਡਰਾਂ ਵਾਲਿਆਂ ਨੇ
ਖਾਲਸਾ ਪੰਥ ਦੀਆਂ ਵੱਡੀਆਂ ਸ਼ਖਸੀਅਤਾਂ ਤੇ ਜਥੇਬੰਦੀਆਂ ਦੇ ਸਲਾਹ ਮਸ਼ਵਰੇ ਨਾਲ ਇਹ ਐਲਾਨ ਕੀਤਾ ਕਿ 20 ਸਤੰਬਰ ਨੂੰ ਗ੍ਰਿਫਤਾਰੀ ਜਿਹੜੀ ਆ ਉਹ ਦਿੱਤੀ ਜਾਊ। तो ਉਹ ਫਿਰ ਗ੍ਰਿਫਤਾਰੀ ਜਿਹੜੀ ਸੀ ਉਹ ਤੋਂ ਇੱਕ ਸਿੱਖ ਸੰਘਰਸ਼ ਦਾ ਮੁੱਢ ਵੱਜਦਾ, ਜਿਹਦੇ ਬੀਜ ਰੂਪ ਦੇ ਵਿੱਚ ਕੀ ਗੱਲ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਬਾਰੇ ਲਾਲੇ ਜਗਤ ਨਾਰਾਇਣ ਨੇ ਭੈੜੇ ਸ਼ਬਦ ਵਰਤੇ ਸੀ। ਹੁਣ ਇਹਦਾ ਮਤਲਬ ਇਹ ਹੋਇਆ ਕਿ ਸਾਡੀ ਕੌਮ ਦੇ ਵਿੱਚ ਇਹਨਾਂ ਜਿਹੜੀਆਂ ਅਹੁਦੇਦਾਰੀਆਂ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖਤ ਦੇ ਜਥੇਦਾਰ ਦਾ ਬਹੁਤ ਉੱਚਾ ਰੁਤਬਾ। ਅਗਲੇ ਇਤਿਹਾਸ ਵਿੱਚ ਉਹ ਵੀ ਆਪਣੇ ਸਾਹਮਣੇ ਆ, ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਲਾਲੇ ਜਗਤ ਨਾਰਾਇਣ ਦੇ ਕਤਲ ਲਈ ਤਾਂ ਆਪਾਂ ਕਹਿੰਦੇ ਆ ਕਿ ਉਹਨਾਂ ਨੇ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖਤ ਦੇ ਜਥੇਦਾਰ ਦੇ ਬਾਰੇ ਮਾੜੇ ਸ਼ਬਦ ਵਰਤੇ, ਪਰ ਬਾਅਦ ਵਿੱਚ ਅਕਾਲ ਤਖਤ ਦੇ ਜਥੇਦਾਰ ਨਾਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਤੇ ਹੋਰ ਅਕਾਲੀ ਲੀਡਰਾਂ ਨਾਲ ਸੰਤ ਭਿੰਡਰਾਂ ਵਾਲਿਆਂ ਦੀ ਬੇਇਤਫਾਕੀ ਵੀ ਬਣੀ। ਚੇਤੇ ਕਰੋ ਕਿਵੇਂ ਅਕਾਲ ਤਖਤ ਤੋਂ ਹੁਕਮਨਾਮਾ ਕਰਾਤਾ ਸੀ ਜਥੇਦਾਰ ਤੋਂ ਵੀ ਜਿਹੜੇ ਸ਼ਸਤਰ ਆ ਉਹ ਲੈ ਕੇ ਨਹੀਂ ਆਉਣੇ, ਤੇ ਕਿਵੇਂ ਮਹਾਂਪੁਰਸ਼ਾਂ ਨੇ ਹੁਕਮਨਾਮਾ ਮੰਨਿਆ ਤੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਜਿਹੜੀ ਉਹ ਹੈਗੀ ਆਪਣੀ ਡਿਊਟੀ, ਉੱਥੋਂ ਉਹਨਾਂ ਨੇ ਹਥਿਆਰਾਂ ਸਮੇਤ ਦਰਸ਼ਨ ਕਰਨ ਜਾਣਾ ਤੇ ਨਮਸਕਾਰ ਕਰਨਾ। ਜਦੋਂ ਪੁੱਛਿਆ ਤਾਂ ਉਹ ਕਹਿੰਦੇ ਵੀ ਅਕਾਲ ਤਖਤ ਦੇ ਜਥੇਦਾਰ ਦਾ ਤਾਂ ਹੁਕਮ ਇਹ ਆ ਕਿ ਹਥਿਆਰਾਂ ਨਾਲ ਦਰਬਾਰ ਸਾਹਿਬ ਨਹੀਂ ਆਉਣਾ, ਪਰ ਗੁਰੂ ਦਾ ਹੁਕਮ ਇਹ ਆ ਵੀ ਬਿਨਾ ਸ਼ਾਸਤਰਮ ਕੇਸਮ ਦੇਹੋ ਨਾ ਦਿਦਾਰੇ, ਵੀ ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾ ਮੇਰੇ ਮੱਥੇ ਨਾ ਲੱਗਿਓ। ਤਾਂ ਮੈਂ ਗੁਰੂ ਦਾ ਹੁਕਮ ਮੰਨ ਕੇ ਸ਼ਾਸਤਰ ਧਾਰਨ ਕਰ ਲੈਣਾ, ਪਰ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਵੀ ਮੰਨਣੀ ਜ਼ਰੂਰੀ ਆ, ਉਹਦਾ ਵੀ ਹੁਕਮ, ਉਹਦਾ ਵੀ ਪੰਥ ਵਿੱਚ ਤਿਰਸਕਾਰ ਨਹੀਂ ਹੋਣਾ ਚਾਹੀਦਾ, ਸਤਿਕਾਰ ਹੋਣਾ ਚਾਹੀਦਾ। ਇਸ ਕਰਕੇ ਮੈਂ ਉਹਨਾਂ ਦੇ ਹੁਕਮ ਨੂੰ ਵੀ ਪੂਰਾ ਮੰਨ ਰਿਹਾ। ਇਵੇਂ ਹੀ ਅਕਾਲੀ ਲੀਡਰਾਂ ਬਾਰੇ ਸੰਤ ਭਿੰਡਰਾਂ ਵਾਲਿਆਂ ਨੇ ਜਾਂ ਜਥੇਦਾਰ ਟੌੜਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਬਾਰੇ ਬਹੁਤ ਗੱਲਾਂ ਸਾਡੇ ਸਾਹਮਣੇ ਆ। ਜਦੋਂ ਕਹਿਤਾ ਅਕਾਲੀ ਲੀਡਰਸ਼ਿਪ ਨੇ ਵੀ ਮੰਜੀ ਸਾਹਿਬ ਬੋਲਣ ਨਹੀਂ ਦੇਣਾ, ਤੇ ਜੇਕਰ ਦੇਖਿਆ ਜਾਵੇ ਤਾਂ ਸੰਤਾਂ ਦੀ ਐਡੀ ਕਿ ਚੜ੍ਹਤ ਸੀ ਵੀ ਉਹ ਜੇ ਚਾਹੁੰਦੇ ਤਾਂ ਉੱਥੇ ਬੋਲ ਸਕਦੇ, ਪਰ ਉਹਨਾਂ ਨੇ ਉੱਥੇ ਬੋਲਣ ਦੀ ਜਿੱਦ ਨਹੀਂ ਕੀਤੀ, ਉਲਟਾ ਉਹ ਲੰਗਰ ਹਾਲ ਤੇ ਬਹਿ ਜਾਂਦੇ ਸੀ ਤੇ ਉੱਥੇ ਲੰਗਰ ਹਾਲ ਦੀ ਛੱਤ ਉੱਤੇ ਹੀ ਸਾਰਾ ਦਿਨ ਸੰਗਤਾਂ ਜਿਹੜੀਆਂ ਸੀ ਉਹ ਹਾਜ਼ਰੀ ਭਰਨ ਉੱਥੇ ਆ ਜਾਂਦੇ ਸੀ। ਪਹਿਲਾਂ ਮੰਜੀ ਸਾਹਿਬ ਜਾਣਾ, ਫਿਰ ਲੋਕਾਂ ਨੇ ਇੱਧਰ ਆ ਜਾਣਾ। ਉਹ ਇਸ ਗੱਲ ਦਾ ਦੱਸਣ ਦਾ ਭਾਵ ਕੀ ਆ ਵੀ ਇਸ ਵੇਲੇ ਵਿੱਚ ਸਾਡੇ ਸੰਘਰਸ਼ ਦਾ ਜਿਹੜਾ ਕੇਂਦਰ ਬਿੰਦੂ ਆ ਉਹ ਸੰਤ ਭਿੰਡਰਾਂ ਵਾਲੇ ਆ। ਸਦੀ ਦੇ ਮਹਾਨ ਸਿੱਖ ਵੀ ਐਲਾਨੇ ਗਏ, ਉਹਨਾਂ ਨੇ ਵੀ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਜਾਂ ਅਕਾਲ ਤਖਤ ਦੇ ਜਥੇਦਾਰ ਨਾਲ ਜਾਂ ਹੋਰ ਸੀਟਾਂ ਉੱਤੇ ਅਹੁਦਿਆਂ ਤੇ ਬਿਰਾਜਮਾਨ ਸ਼ਖਸੀਅਤਾਂ ਨਾਲ ਬਹੁਤ ਸਾਰੇ ਥਾਵਾਂ ਤੇ ਟਕਰਾਅ ਹੋਇਆ, ਵਿਚਾਰਕ ਮਤਭੇਦ ਹੋਏ, ਫੈਸਲਿਆਂ ਨਾਲ ਅਸਹਿਮਤੀ ਪ੍ਰਗਟਾਈ, ਪਰ ਉਹਨਾਂ ਨੇ ਇਹ ਵੀ ਆਪਾਂ ਚੇਤੇ ਰੱਖੋ ਕਿ ਲਾਲੇ ਜਗਤ ਨਾਰਾਇਣ ਦਾ ਕੰਡਾ ਹੀ ਇਸ ਗੱਲ 'ਚ ਕੱਢਿਆ ਨਿਕਲਿਆ। ਉਹ ਜਿਹੜਾ ਦੁਸ਼ਮਣ ਆ ਉਹਦਾ ਰਾਹ ਖੋਲਣਾ ਕਿ ਉਹ ਸਾਡੀਆਂ ਵੱਡੀਆਂ ਸ਼ਖਸੀਅਤਾਂ ਤੇ ਜਥੇਬੰਦੀਆਂ ਦੇ ਆਗੂਆਂ ਦੇ ਖਿਲਾਫ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰ ਸਕੇ, ਇਹ ਸਿੱਖ ਦਾ ਕਾਰਜ ਨਹੀਂ ਹੈ। ਇਵੇਂ ਹੀ ਅੱਜ ਦੇ ਮਾਹੌਲ ਵਿੱਚ ਦੂਜੀਆਂ ਸ਼ਖਸੀਅਤਾਂ, ਦੂਜੀਆਂ ਜਥੇਬੰਦੀਆਂ ਦੇ ਆਗੂਆਂ ਬਾਰੇ ਇਸ ਤਰੀਕੇ ਦਾ ਮਾਹੌਲ ਸਿਰਜਣਾ ਮਾੜੀ ਗੱਲ। ਤੋਂ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਰਵਿੰਦਰ ਸਿੰਘ ਝੋਟੇ ਨੇ ਸਵਾਲ ਜਵਾਬ ਕੀਤੇ, ਬੇਸ਼ੱਕ ਉਹ ਸਵਾਲ ਜਵਾਬ ਪੰਥ ਦੇ ਨੇ, ਸਿੱਖ ਮਨਾਂ 'ਚ ਬੜਾ ਰੋਸ ਆ ਸ਼ਖਸੀਅਤਾਂ ਪ੍ਰਤੀ, ਜਥੇਬੰਦੀਆਂ ਪ੍ਰਤੀ, ਪਰ ਜਿਹੜਾ ਤਰੀਕਾਕਾਰ ਸੀ ਉਹ ਪਸੰਦ ਨਹੀਂ ਆਇਆ ਸੰਗਤ ਨੂੰ। ਹੁਣ ਤਾਂ ਵੀਡੀਓ ਪਾ ਕੇ ਬਾਬਾ ਬਖਸ਼ੀਸ਼ ਸਿੰਘ ਦੇ ਨਾਲ ਬਹਿ ਕੇ, ਮੇਰੇ ਨਾਲ ਵੀ ਬਾਬਾ ਬਖਸ਼ੀਸ਼ ਸਿੰਘ ਨੇ ਪਹਿਲੋਂ ਗੱਲ ਕੀਤੀ ਕਿ ਆਪਾਂ ਨੂੰ ਕੀ ਇਹਦਾ ਅੰਤ ਕਰਨਾ ਚਾਹੀਦਾ। ਮੈਂ ਕਿਹਾ ਵੀ ਵੈਸੇ ਤਾਂ ਚਲੋ ਗੱਲ ਕੋਈ ਏਡੀ, ਪਰ ਤੁਸੀਂ ਜੇ ਕਰਨਾ ਹੀ ਆ, ਉਹ ਕਹਿੰਦੇ ਨਹੀਂ ਜ਼ਰੂਰੀ ਆ। ਸੋ ਵੀਡੀਓ ਬਣਾ ਕੇ ਉਹਨਾਂ ਨੇ ਕਿਹਾ ਹੈਗਾ ਵੀ ਖਾਲਸਾ ਪੰਥ ਤੋਂ, ਸਿੱਖ ਜਗਤ ਤੋਂ ਜੇਕਰ ਕਿਸੇ ਨੂੰ ਠੇਸ ਪਹੁੰਚੀ ਆ, ਮੈਂ ਮਾਫੀ ਮੰਗਦਾ, ਗਲਤੀ ਆ, ਕਿਉਂਕਿ ਪੰਥ ਵੱਡਾ, ਸੰਗਤ ਵੱਡੀ ਹੈ। ਉਹ ਜਿਹੜਾ ਪਰਵਿੰਦਰ ਸਿੰਘ ਝੋਟੇ ਨੇ ਕੀਤਾ ਉਹਦੇ ਲਈ ਇਹ ਉਹਦਾ ਤਰੀਕਾਕਾਰ। ਸੋ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜੇ ਬਾਦਲ ਦਲ ਦੇ ਅਧੀਨ ਚੱਲਦੇ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਹੋਰ, ਪਿਛਲੇ ਸਾਲ ਵੀ ਝਮੇਲਾ ਪਿਆ ਸੀ, ਸਭ ਨੂੰ ਪਤਾ, ਜਦੋਂ ਦਾਦੂਵਾਲ ਨੂੰ ਵੀ ਤੇ ਪ੍ਰਧਾਨ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਦੇ ਨੂੰ, ਧਾਮੀ ਸਾਹਿਬ ਨੂੰ ਉੱਥੇ ਜਿਹੜਾ ਆਪਣਾ ਮੋਹਾਲੀ ਚੰਡੀਗੜ੍ਹ ਮੋਰਚਾ, ਉੱਥੇ ਇਹਨਾਂ ਨਾਲ ਬਦਸਲੂਕੀ ਹੋਈ ਸੀ। ਪਰ ਇਹ ਚੀਜ਼ਾਂ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ, ਸਾਨੂੰ ਤਰੀਕਾਕਾਰ ਅਪਣਾਉਣਾ ਪਊ। ਇਹ ਗੱਲ ਵੱਖਰੀ ਆ ਕਿ ਇਹ ਵੀ ਇਹੋ ਜਿਹਾ ਮਾਹੌਲ ਨਹੀਂ ਸਿਰਜਦੇ ਜਿੱਥੇ ਬਹਿ ਕੇ ਨੌਜਵਾਨ ਆਪਦੇ ਗੱਲ ਇਹਨਾਂ ਨਾਲ ਸਾਂਝੀ ਕਰ ਸਕਣ, ਪਰ ਜਿਹੜੇ ਜਾਇਜ਼ ਸ਼ਿਕਵੇ ਆ, ਗਿਲੇ ਨੇ, ਇਤਰਾਜ਼ ਨੇ, ਰੋਸ ਨੇ, ਉਹਨਾਂ ਨੂੰ ਰਿਸਪੌਂਡ ਤਾਂ ਕਰਨਾ ਪਊ, ਕੋਈ ਵੇ ਆਊਟ ਤਾਂ ਬਣਾਉਣਾ ਪਊ।
ਪਰਵਿੰਦਰ ਸਿੰਘ ਝੋਟਾ ਬਹੁਤ ਸਹੀ ਰਿਹਾ, ਜਿਹਨੇ ਏਡੀ ਗੜਬੜ ਦੇ ਬਾਅਦ ਵਿੱਚ ਆਪਦੀ ਗੱਲ ਨੂੰ ਸਮਝਿਆ ਕਿ ਜਿਹੜੇ ਮੇਰਾ ਵਿਰੋਧ ਕਰਦੇ ਨੇ ਇਹ ਵੀ ਮੇਰੇ ਭਰਾ ਨੇ, ਇਹ ਵੀ ਸੰਘਰਸ਼ ਨਾਲ ਜੁੜੇ ਹੋਏ ਲੋਕ ਨੇ। ਹਾਲਾਂਕਿ ਬਹੁਤ ਸਾਰੇ ਇਹੋ ਜਿਹੇ ਸੱਜਣ ਵੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਰਹਿੰਦਾ ਵੀ ਚੱਕ ਦੋ, ਫੂਕ ਦਿਓ, ਪੰਪ ਮਾਰੀ ਚੱਲੋ। ਔਰ ਇਹ ਜਿਹੜੀ ਬਿਰਤੀ ਆ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ। ਜਦੋਂ ਵੀ ਕੋਈ ਨੌਜਵਾਨ ਪੰਥਕ ਸਭਾ ਦੇ ਵਿੱਚ ਸਰਗਰਮ ਹੁੰਦਾ, ਖਾਸ ਤੌਰ ਦੇ ਉੱਤੇ ਜਿਹੜਾ ਨਵਾਂ ਫਰੈਸ਼ ਚਿਹਰਾ, ਕਿਉਂਕਿ ਪੁਰਾਣਿਆਂ ਤੋਂ ਤਾਂ ਬੜੀ ਐਲਰਜੀ ਆ, ਪੁਰਾਣੀਆਂ ਜਥੇਬੰਦੀਆਂ ਤੋਂ, ਪੁਰਾਣੇ ਆਗੂਆਂ ਤੋਂ ਬਹੁਤ ਸਾਰੇ ਇਤਰਾਜ਼ ਨੇ, ਬੜੇ ਉਹਨਾਂ ਦੇ ਉੱਤੇ ਟੈਗਲਾਨ ਗਦਾਰ ਨੇ, ਵਿਅਕਤੀ ਦਾ ਜੀ ਲਿਖੇ, ਉਹਨਾਂ ਦੇ ਲੱਤਾਂ 'ਚ ਜਾਨ ਹੀ ਨਹੀਂ। ਚਾਹੇ ਉਹ ਪਿਛਲੇ ਸਮੇਂ ਦੇ ਵਿੱਚ ਦੁਸ਼ਮਣ ਲਈ, ਦਿੱਲੀ ਲਈ ਕਿੱਡੀ ਵੱਡੀ ਬਿਪਤਾ ਰਿਹਾ ਹੋਵੇ ਬੰਦਾ, ਅੱਜ ਦੀ ਤਰੀਕ ਵਿੱਚ ਉਹਨੂੰ ਗਾਲਾਂ ਗੂਲਾਂ ਕੱਢ ਕੇ, ਅੱਜ ਉਹਨੂੰ ਮਾੜਾ ਚੰਗਾ ਬੋਲ ਕੇ, ਮਤਲਬ ਉਹ ਬੰਦਾ ਕਹਿੰਦਾ ਹੋਣਾ ਵੀ ਜਦੋਂ ਮੈਂ ਦਿੱਲੀ ਨਾਲ ਲੜਦਾ ਸੀ ਤੇ ਜਦੋਂ ਮੈਂ ਕਸ਼ਟ ਭੋਗਿਆ, ਜਦੋਂ ਸੀਏ ਸਟਾਫਾਂ ਦੇ ਵਿੱਚ ਮਾੜਾ ਚੰਗਾ ਝੱਲਿਆ, ਇੰਨਾ ਤਾਂ ਉਦੋਂ ਨਹੀਂ ਮਤਲਬ ਮੈਂ ਜਲੀਲ ਹੋਇਆ ਜਿੰਨਾ ਮੈਨੂੰ ਹੁਣ ਕੀਤਾ ਜਾਂਦਾ। ਸੋ ਖਾੜਕੂ ਜਾਂ ਖਾਲਿਸਤਾਨੀ ਸਫਾਂ 'ਚ ਵਿਚਰੀਆਂ ਹੋਈਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਇਹ ਸੰਤਾਪ ਭੋਗਣਾ ਪੈ ਰਿਹਾ। ਅਰਦਾਸ ਹੀ ਕਰਦੇ ਹੋਣੇ ਆ ਵੀ ਇਹਦੇ ਨੂੰ ਤਾਂ ਉਦੋਂ ਹੀ ਮਰ ਮੁਰ ਜਾਂਦੇ, ਕਿਉਂਕਿ ਜਿੰਨੇ ਮਾੜੇ ਲਹਿਜੇ ਵਿੱਚ ਅੱਜ ਕੱਲ੍ਹ ਉਹਨਾਂ ਬਾਰੇ ਗੱਲ ਕੀਤੀ ਜਾਂਦੀ ਆ, ਉਦੋਂ ਕਦੇ ਕਦੇ ਮੈਨੂੰ ਵੀ ਇਹ ਮਨ 'ਚ ਆਉਂਦਾ ਵੀ ਜੇ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਕਿਸੇ ਤਰੀਕੇ ਨਾਲ ਬਚ ਜਾਂਦੇ, ਜਿਉਂਦੇ ਹੁੰਦੇ, ਤਾਂ ਅੱਜ ਉਹਨਾਂ ਨਾਲ ਵੀ ਆਹੀ ਕੁਛ ਕਰਨਾ ਸੀਗਾ ਜਿਹੜਾ ਨਵਾਂ ਸਾਡਾ ਵਰਗ, ਨਵਾਂ ਯੂਥ ਕਰ ਰਿਹਾ। ਕਿਉਂਕਿ ਜਿਹੜਾ ਵੀ ਬਚਿਆ ਹੋਇਆ ਉਹਦੇ ਬਾਰੇ ਸਿੱਧੀ ਜੀ ਗੱਲ ਹੈ, ਬਚ ਕਿਵੇਂ ਗਿਆ। ਮਤਲਬ ਕਿ ਹਰ ਜਿਹੜਾ ਬਚ ਗਿਆ ਖਾੜਕੂ ਸੰਘਰਸ਼ ਦਾ ਬੰਦਾ, ਉਹਦੇ ਬਾਰੇ ਇਹ ਆ ਵੀ ਇਹ ਮਿਲ ਕੇ ਚੱਲਿਆ, ਹੁਣ ਇਹ ਤਾਂ ਰਲ ਕੇ ਆਇਆ, ਹੁਣ ਸਰਕਾਰ ਦਾ ਕਾਊਟ ਆ, ਇਹ ਤਾਂ ਬੜਾ ਗਲਤ ਆ। ਤੇ ਬੀਤੇ ਦੌਰ ਦੇ ਵਿੱਚ ਜਦੋਂ ਕੋਈ ਸੰਘਰਸ਼ ਕਰਦਾ, ਜਦੋਂ ਕੋਈ ਲੜਾਈ ਏਡੀ ਵੱਡੀ ਹੁੰਦੀ ਆ, ਉਹਦੇ 'ਚ ਗੜਬੜਾ ਕੋਈ ਇਹੋ ਜਿਹੇ ਫੈਸਲੇ ਜਿਹੜੇ ਸਾਨੂੰ ਆਪਦੇ ਨਜ਼ਰੀਏ ਤੋਂ ਪ੍ਰਵਾਨ ਨਹੀਂ, ਜਾਂ ਸੰਘਰਸ਼ ਦੇ ਵਿੱਚ ਗਲਤ ਕੋਈ ਹੋਇਆ, ਉਹਦੇ ਲਈ ਫਿਰ ਜਿਹੜੇ ਬਚੇ ਹੋਏ ਨੇ ਉਹਨਾਂ ਦੀ ਐਸੀ ਤੈਸੀ ਦਿੱਤੀ ਜਾ ਰਹੀ ਹੈ ਤੇ ਬੜਾ ਫਖਰ ਜਿਹਾ ਕੀਤਾ ਜਾਂਦਾ ਵੀ ਅਸੀਂ ਤਾਂ ਬੜੇ। ਹਾਲਾਂਕਿ ਜਿਹੜੇ ਬੰਦੇ ਸੋਸ਼ਲ ਮੀਡੀਆ ਉੱਤੇ ਇਹ ਸਾਰਾ ਕੁਝ ਕਰਦੇ ਨੇ, ਅੱਜ ਵੀ ਗਰੰਟੀ ਆ ਵੀ ਜੇ ਕਿਤੇ ਉਹਨਾਂ ਨੂੰ ਮੈਦਾਨ 'ਚ ਆਉਣ ਦਾ ਮੌਕਾ ਮਿਲ ਜੇ ਤਾਂ ਇਹ ਬੰਦੇ ਸ਼ਾਇਦ ਪਹਿਲਾਂ ਵਾਲਿਆਂ ਨਾਲੋਂ ਵੀ ਜ਼ਿਆਦਾ ਜਿਹੜਾ ਹੈਗਾ ਉਹ ਭੈੜੇ ਸਾਬਤ ਹੋਣ। ਪਰ ਅੱਜ ਦੀ ਤਰੀਕ ਵਿੱਚ ਮੱਤਾਂ ਦੇਣ ਨੂੰ ਬੜੇ ਬੱਬਰ ਸ਼ੇਰ ਨੇ ਬਈ ਜੀ ਇਹ ਜਿਹੜੇ ਖਾੜਕੂ ਸੰਘਰਸ਼ ਦੇ ਬਚੇ ਹੋਏ ਯੋਧੇ ਨੇ, ਇਹਨਾਂ ਨੂੰ ਤਾਂ ਅਕਲ ਹੀ ਨਹੀਂ, ਇਹ ਤਾਂ ਐਵੇਂ ਨੇ ਤੇ ਅਸੀਂ ਬੜੇ ਬੰਬ। ਤੋਂ ਸਾਡੀ ਸਮਝ ਵਿੱਚ ਇਹ ਗੱਲ ਅੱਜ ਤੱਕ ਨਹੀਂ ਆਈ ਕਿ ਖਾਲਸਾ ਪੰਥ ਦੀ ਲੜਾਈ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਮੈਦਾਨ ਵਿੱਚ ਆਏ, ਇਹ ਉਦੋਂ ਬਹੁਤ ਸਾਰੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਉਹਨਾਂ ਦੇ ਘਰਾਂ ਨੇ, ਆਲੇ ਦੁਆਲੇ ਲੋਕਾਂ ਨੇ ਕਿਹਾ ਹੋਣਾ ਵੀ ਬਾਕੀ ਵੀ ਪੰਜਾਬ ਬੈਠਾ ਹੀ ਆ, ਪਰ ਤੁਸੀਂ ਕਿਉਂ ਇੰਨੀ ਪੂਛ ਨੂੰ ਅੱਗ ਲਾਈ ਹੈ। ਜਿਹੜੇ ਸਿੰਘਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ, ਅੱਜ ਉਹਨਾਂ ਨੂੰ ਜਦੋਂ ਅਬਾ ਤਬਾ ਬੋਲਦੇ ਆ, ਉਦੋਂ ਇੰਨਾ ਹੀ ਵਿਚਾਰ ਲਿਆ ਕਰੀਏ ਕਿ ਬਾਕੀਆਂ ਵਾਂਗੂ ਇਹ ਵੀ ਜੇ ਘਰੇ ਬੈਠੇ ਰਹਿੰਦੇ, ਬੜੀ ਵੱਡੀ ਗੱਲ ਸੀ। ਹਜ਼ਾਰਾਂ ਇਹੋ ਜਿਹੇ ਸਾਨੂੰ ਮਿਲਦੇ ਆ, ਜਦੋਂ ਮੈਂ ਖਾੜਕੂ ਸੰਘਰਸ਼ ਦਾ ਇਤਿਹਾਸ ਲਿਖਦਾ ਜਾਂ ਮਿਲਦਾ ਗਿਰਦਾ, ਬਹੁਤ ਸਾਰੇ ਕਹਿ ਦਿੰਦੇ ਆ ਕਿ ਮੇਰਾ ਬੜਾ ਪਿਆਰ ਸੀ, ਸਾਡੀ ਬੜੀ ਬਣਦੀ ਸੀ, ਪਰ ਉਹਦੇ ਲੇਖਾਂ 'ਚ ਲਿਖਿਆ ਹੋਇਆ ਸੀ, ਉਹਦੇ ਉੱਤੇ ਸਤਿਗੁਰੂ ਦੀ ਮਿਹਰ ਸੀ, ਅਸੀਂ ਦੁਨਿਆਵੀ ਚੱਕਰਾਂ 'ਚ ਉਲਝ ਗਏ ਤੇ ਵਿਆਹ ਵੀ ਕਰਾ ਲਿਆ, ਨਿਆਣੇ ਵੀ ਹੋ ਗਏ, ਬੈਂਕ 'ਚ ਨੌਕਰੀ ਮਿਲ ਗਈ ਜਾਂ ਮਾਸਟਰ ਲੱਗ ਗਏ ਜਾਂ ਬਿਜਲੀ ਬੋਰਡ 'ਚ ਹੋ ਗਏ, ਪਰ ਉਹ ਆਪਦੇ ਹੀ ਰੰਗ ਦੇ ਵਿੱਚ ਰੰਗਿਆ ਹੋਇਆ ਸੀ ਤੇ ਅਰਦਾਸ ਕਰਦੇ ਹੁੰਦੇ ਸੀ ਸੱਚੇ ਪਾਤਸ਼ਾਹ ਬੇਦਾਗ ਚਾਦਰ ਲੈ ਕੇ ਸਿੰਘ ਚਲਾ ਜਾਵੇ, ਤੇ ਉਵੇਂ ਵਾਪਰ ਗਿਆ। ਤੇ ਇਹ ਗੱਲਾਂ ਜਦੋਂ ਸੁਣਦੇ ਆ ਉਦੋਂ ਤੱਕੜੀ 'ਚ ਪਾ ਕੇ ਤੋਲਦੇ ਆ ਵੀ ਆਹ ਜਿਹੜਾ ਮਾਸਟਰ ਆ, ਡਾਕਟਰ ਆ, ਬਿਜਲੀ ਬੋਰਡ 'ਚ ਮੁਲਾਜ਼ਮ ਆ ਜਾਂ ਹੋਰ ਆ, ਇਹ ਵੀ ਉਹਦੇ ਨਾਲ ਦਾ ਹੀ ਆ, ਤੇ ਇਹਦੇ ਪੱਲੇ ਜੋ ਕੁਝ ਹੈਗਾ ਤੇ ਜੋ ਕੁਝ ਉਹਦੇ ਪੱਲੇ ਆ, ਕਿਉਂਕਿ ਸ਼ਹੀਦ ਅੱਖਰ ਜਿਹੜਾ ਮਿਲਿਆ ਉਹਨੂੰ, ਉਹ ਇੱਕ ਵੱਖਰਾ ਹੀ ਰੁਤਬਾ। ਤੋ ਜਿਹੜੇ ਬੰਦੇ ਬਚ ਗਏ, ਉਹਨਾਂ ਦਾ ਬਚ ਜਾਣਾ ਹੀ ਇੱਕ ਜੁਰਮ ਬਣਾ ਦਿੱਤਾ ਜਾਵੇ, ਗੁਨਾਹ ਬਣਾ ਦਿੱਤਾ ਜਾਵੇ, ਉਹਨਾਂ ਦੀ ਰਾਤ ਨੂੰ ਨੀਂਦ ਨਾ ਆਵੇ ਉਹਨਾਂ ਨੂੰ ਵੀ ਆ ਯਾਰ ਅਸੀਂ ਕੀ ਕਰ ਕੀ ਲਿਆ ਸੀ, ਅਸੀਂ ਪੰਥ ਲਈ, ਕੌਮ ਲਈ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ। ਤੋ ਇਹ ਜਿਹੜਾ ਸਾਰਾ ਕੁਝ ਵਾ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਬੁਰਛਾਗਰਦੀ ਵਾਲਾ ਜਿਹੜਾ ਮਾਹੌਲ, ਇਹਦੇ ਲਈ ਜਿਹੜੀ ਚੀਜ਼ ਦੋਸ਼ੀ ਆ ਉਹ ਇਹ ਆ ਕਿ ਇੱਕ ਖੁੱਲ੍ਹ ਦਿੱਤੀ ਗਈ ਆ ਪੰਥ ਵੱਲੋਂ, ਕੌਮ ਵੱਲੋਂ, ਜਿਵੇਂ ਅਰਨਵ ਗੋਸਵਾਮੀ ਤੋਂ ਸ਼ੁਰੂ ਕਰਕੇ ਚੈਨਲਾਂ ਦੇ ਉੱਤੇ ਬੰਦਿਆਂ ਨੂੰ ਸੱਦ ਕੇ ਜਲੂਸ ਕੱਢਣ ਵਾਲੀ ਬਿਰਤੀ ਨੂੰ ਖੁੱਲ੍ਹ ਮਿਲੀ। ਤੇ ਇਸ ਵੇਲੇ ਇੰਡੀਆ ਦੇ ਚੈਨਲਾਂ ਦੇ ਉੱਤੇ ਹਰ ਰੋਜ਼ ਕੁੱਤੇ ਭਗਾਈ ਹੁੰਦੀ ਆ, ਕਿਸੇ ਨਾ ਕਿਸੇ ਨੂੰ ਟੰਗ ਲੈਂਦੇ ਆ, ਉਹ ਕਿਸੇ ਚੈਨਲ ਤੇ ਕਿਸੇ ਧਿਰ ਦਾ ਬੰਦਾ ਉਹਦਾ ਜਲੂਸ ਕੱਢਿਆ ਜਾ ਰਿਹਾ, ਕਿਸੇ ਤੇ ਦੂਜੀ ਧਿਰ ਦਾ ਬੰਦਾ
ਉਹ ਇਸ ਤਰੀਕੇ ਨਾਲ ਖੁੱਡੇ ਬਣਾਤੇ ਵੀ ਆਪੋ ਆਪਦਾ ਮੁਰਗਾ ਤਾੜ ਲਓ ਤੇ ਟੰਗੀ ਚਲੋ। ਉਵੇਂ ਦਾ ਮਾਹੌਲ ਸਾਡੇ ਪੰਥ ਵਿੱਚ ਵਧਣ ਲੱਗ ਪਿਆ। ਅਜੇ ਉਹ ਉਸ ਹੱਦ ਤੇ ਤਾਂ ਨਹੀਂ ਪਹੁੰਚਿਆ, ਪਹੁੰਚੂਗਾ, ਕਿਉਂਕਿ ਜਦੋਂ ਕਿਸੇ ਇੱਕ ਧਿਰ ਨੂੰ ਟੰਗੀ ਜਾਣਾ, ਤੁੱਲੀ ਜਾਣਾ, ਹਰ ਵੇਲੇ ਉਹਨੂੰ ਸਾੜ ਫੂਕ ਕਰੀ ਜਾਣਾ, ਫਿਰ ਉਹ ਗਾਹਾਂ ਵਾਲੇ ਵੀ ਤਾਂ ਇਹੀ ਰੋਟੀ ਪਾਣੀ ਖਾਂਦੇ ਆ, ਉਹ ਵੀ ਉਹਨਾਂ ਘਰਾਂ ਚੋਂ ਆਏ ਨੇ। ਉਹ ਕਿਹੜਾ ਕੋਈ ਵੱਖਰੀ, ਕਿੰਨਾ ਕੁ ਧੀਰਜ ਰੱਖੇ ਬੰਦਾ ਜਦੋਂ ਬੈਠਾ ਦੇ ਤੁਸੀਂ ਹਟਣਾ ਹੀ ਨਹੀਂ ਤੇ ਤੰਗ ਕਰੀ ਜਾਣਾ, ਜਲੂਸ ਕੱਢੀ ਜਾਣਾ। ਸੋ ਇਹ ਤਾਂ ਫਿਰ ਦਿੱਲੀ ਵਾਲੇ ਜਾਂ ਸਾਡੇ ਦੁਸ਼ਮਣ ਬਹੁਤ ਖੁਸ਼ ਹੋਣਗੇ ਨਾ ਵੀ ਸ਼ੁਕਰ ਆ ਸਾਡੇ ਵੱਲੋਂ ਇਹਨਾਂ ਦਾ ਖਹਿੜਾ ਛੁੱਟੇ, ਆਪਸ ਵਿੱਚ ਹੀ ਉਲਝੇ। ਇਹ ਸਾਰਾ ਕੁਝ ਅਸੀਂ ਆਹ ਪਰਵਿੰਦਰ ਸਿੰਘ ਝੋਟੇ ਵਾਲੇ ਮਸਲੇ 'ਚ ਵੀ ਦੇਖਿਆ ਵੀ ਉਹਨੂੰ ਤਾਂ ਅਹਿਸਾਸ ਹੋ ਗਿਆ, ਪਰ ਬਹੁਤ ਸਾਰੇ ਬੰਦੇ ਉਹਨੂੰ ਪੰਪ ਮਾਰਨ ਤੇ ਲੱਗੇ ਹੋਏ ਸੀ। ਕੱਲ ਦੇ ਵੀ ਚੱਕ ਦੇ ਫੱਟੇ, ਤੂੰ ਤਾਂ ਤੋਪੇ ਤੋੜਦੇ, ਤੂੰ ਤਾਂ ਬੰਬ ਬੁਲਾਤੇ, ਚੱਡਿਆਂ 'ਚ ਆਹ ਸ਼ਬਦ ਲਿਖੇ ਹੋਏ ਸੀ ਵੀ ਚੱਡਿਆਂ 'ਚ ਪੂਛ ਲੱਗੇ ਭੱਜ ਗਿਆ ਜਥੇਦਾਰ। ਆਹ ਸਾਡੀ ਫਿਤਰਤ ਆ, ਸਾਡੀ ਬਿਰਤੀ ਆ। ਜਿਹੜੇ ਸਾਡੇ ਭੈਣ ਭਰਾ ਉਮਰ ਦੇ ਵਿੱਚ ਸਿਆਣੇ ਆ, ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਪੰਥ ਦਰਦੀ, ਜਦੋਂ ਉਹਨਾਂ ਨਾਲ ਫੋਨ ਤੇ ਗੱਲ ਕਰੀਦੀ ਆ ਵੀ ਯਾਰ ਇਹਦੇ ਬਾਰੇ ਕੁਝ ਲਿਖੋ, ਕੁਝ ਬੋਲੋ, ਉਹ ਕਹਿੰਦੇ ਆ ਆਪਦੀ ਇੱਜ਼ਤ ਬਚਾ ਲਈਏ ਉਹੀ ਬੜੀ ਆ ਯਾਰ। ਨਵੇਂ ਮੁੰਡੇ ਜਿਹੜੇ ਆ ਕਿਸੇ ਦੀ ਰੱਖੀ ਧਰ ਤੇ ਸਿਰ ਤੇ ਰਹਿਣ ਦਿੰਦੇ, ਕਾਹਨੂੰ ਇਹਨਾਂ ਚੱਕਰਾਂ 'ਚ ਪੈਣਾ, ਆਪਦੀ ਇੱਜ਼ਤ ਬਚਾਇਆ ਕਰੋ, ਇਹਨਾਂ ਦਾ ਕੁਝ ਪਤਾ ਨਹੀਂ ਕੀ ਤੁਹਾਨੂੰ ਕਹਿ ਦੇਣ। ਤੋ ਇਹ ਜਿਹੜਾ ਮਾਹੌਲ ਬਣ ਰਿਹਾ, ਇਹ ਦੇਖ ਕੇ ਮਨ ਵਿੱਚ ਆਉਂਦਾ ਵੀ ਚਲੋ ਬੀਤੇ ਦੌਰ ਦੇ ਜਿਹੜੇ ਸਿੰਘ ਨੇ ਉਹਨਾਂ ਨੇ ਸਬਰ ਕਰ ਲਿਆ ਵੀ ਠੀਕ ਆ, ਸਾਡੇ ਸੋ ਗਲਤੀਆਂ ਹੋ ਗਈਆਂ ਹੋਣੀਆਂ, ਸਾਡੀ ਭੁੱਲ, ਸਾਡੀ ਗੜਬੜ ਹੋਣੀ ਆ ਕੋਈ, ਜਿਹਦੀ ਕਰਕੇ ਇਹ ਸਾਨੂੰ ਨਵੇਂ ਜਿਹੜੇ ਮੁੰਡੇ ਆ, ਸਾਡੇ ਧੀਆਂ ਪੁੱਤ ਨੇ, ਸਾਡੇ ਭੈਣ ਭਰਾ ਨੇ, ਜੇ ਆਵਾ ਤਵਾ ਬੋਲਦੇ ਆ। ਪਰ ਮੈਂ ਇਹ ਜਾਣਨਾ ਚਾਹੁੰਦਾ, ਸਮਝਣਾ ਚਾਹੁੰਦਾ ਕਿ ਜਦੋਂ ਭਾਈ ਤੁਹਾਡੀ ਵਾਰੀ ਆਈ, ਜਿਹੜੇ ਤੁਹਾਤੋਂ ਬਾਅਦ 'ਚ ਤੁਸੀਂ, ਕਿਉਂਕਿ ਜਿਹੜੇ ਕੰਡੇ ਬੀਜ ਰਹੇ, ਮੈਂ ਖੁਦ ਉਹਨਾਂ ਸ਼ਖਸੀਅਤਾਂ ਦਾ, ਉਹਨਾਂ ਘਟਨਾਵਾਂ ਦਾ ਆਪ ਗਵਾਹ ਆ। ਜਦੋਂ ਸਾਨੂੰ ਘੂਰਿਆ ਜਾਂਦਾ ਸੀ, ਸਮਝਾਇਆ ਜਾਂਦਾ ਸੀ, ਅਜੱਡਪੁਣਾ ਜਾਂ ਗਲਤ ਰਾਹ ਤੋਂ, ਗਲਤ ਬਿਆਨੀ ਤੋਂ ਵੀ ਐ ਨਹੀਂ ਹੈਗਾ ਵੀ ਜੇਕਰ ਕੋਈ ਦੂਜੀ ਧਿਰ ਦਾ ਜੁਝਾਰੂ ਆ ਵੀ ਤੁਸੀਂ ਉਹਦੇ ਬਾਰੇ ਐਂ ਆਵਾ ਤਵਾ ਬੋਲਦੇ। ਸਤਿਕਾਰ ਕਰਨਾ ਸਿਖਾਇਆ ਜਾਂਦਾ ਸੀ, ਤਿਰਸਕਾਰ ਵਾਲੀ ਭਾਵਨਾ ਨਹੀਂ ਸੀ। ਤੋ ਅੱਜ ਦੇ ਦੌਰ ਵਿੱਚ ਇਹ ਹੈਗਾ ਕਿ ਜਿਹੜਾ ਆਪਣੇ ਨਾਲ ਆ ਉਹ ਘੈਂਟ ਆ, ਜਿਹੜਾ ਆਪਣੇ ਨਾਲ ਸਹਿਮਤ ਨਹੀਂ ਉਹਦੀ ਐਸੀ ਤੈਸੀ ਦੌੜ ਠੋ ਕੇ ਉਹਨੂੰ ਸੋਸ਼ਲ ਮੀਡੀਆ ਤੇ ਗੰਦ ਬਕੋ, ਉਹਦੇ ਖਿਲਾਫ ਮਾੜਾ ਚੰਗਾ ਕਰੋ। ਇਹ ਜਿਹੜਾ ਸਾਰਾ ਵਰਤਾਰਾ, ਇਹ ਤਾਂ ਇਹੋ ਜਿਹੀਆਂ ਗੱਲਾਂ ਸ਼ਾਇਦ ਉਦੋਂ ਹੋਈਆਂ ਹੋਣਗੀਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵਿੱਚ ਲਾਹੌਰ ਦਰਬਾਰ ਦੇ ਵਿੱਚ ਆਪਾ ਧਾਪੀ ਫੈਲੀ, ਬੁਰਸ਼ਾਗਰਦੀ ਹੋਈ, ਡੋਗਰਾਗਰਦੀ ਜਿਹਨੂੰ ਕਹਿੰਦੇ। ਉਹੋ ਜਿਹਾ ਮਾਹੌਲ ਜਿਹੜਾ ਹੈਗਾ ਉਹ ਸਰਜਾਉਣ ਦੇ ਵਿੱਚ ਜਿਹੜਾ ਨਵਾਂ ਯੂਥ ਆ ਉਹਨੂੰ ਕੋਈ ਬੰਦਾ ਚਾਹੀਦਾ ਹੁੰਦਾ, ਉਹਨੂੰ ਉਹ ਘੈਂਟ ਬੰਦਾ ਕਹਿੰਦੇ ਆ ਵੀ ਆਹ ਬੰਦਾ ਕਿਸੇ ਦੀ ਸੁਣਦਾ ਹੀ ਨਹੀਂ, ਇਹ ਆ ਬੰਬ ਬਣਾਉਂਦਾ, ਇਹ ਤਾਂ ਪਰਵਾਹ ਨਹੀਂ ਕਰਦਾ ਕਿਸੇ। ਤੋ ਅੱਜ ਦੇ ਦੌਰ ਵਿੱਚ ਆਪਦੇ ਇਤਿਹਾਸ ਤੋਂ ਜਾਂ ਸਿਧਾਂਤ ਤੋਂ ਜਾਂ ਆਪਦੇ ਸਿਵਲਾਈਜ਼ਡ ਵਰਤਾਰੇ ਤੋਂ, ਜਿਹੜਾ ਸਾਡੇ ਪੰਥ ਦੇ ਵਿੱਚ ਬੀਤੇ ਦੌਰ 'ਚ ਸਾਡੀਆਂ ਪਿਰਤਾਂ ਨੇ, ਉਹਨਾਂ ਤੋਂ ਸੇਧ ਲੈ ਕੇ ਚੱਲਣ ਵਾਲਾ ਮਹਾਨ ਨਹੀਂ ਹੈ। ਜਿਹੜਾ ਧੀਰਜ ਨਾਲ, ਠਰਮੇ ਨਾਲ, ਸਾਰੇ ਪਾਸੇ ਦੇਖ ਕੇ, ਸਾਰੇ ਪੱਖ ਵਿਚਾਰ ਕੇ ਚੱਲੇ, ਉਹ ਨਹੀਂ ਮਹਾਨ। ਮਹਾਨ ਉਹ ਆ ਜਿਹੜਾ ਕਿਸੇ ਦੀ ਸੁਣਦਾ ਨਹੀਂ ਤੇ ਹਰੇਕ ਦੀ ਪੱਗ ਲਾਉਣ ਨੂੰ, ਹਰੇਕ ਦੀ ਬੇਇੱਜ਼ਤੀ ਕਰਨ ਨੂੰ ਤਿਆਰ ਆ, ਹਰੇਕ ਦੀ ਮਤਲਬ ਲਾਹ ਲਈਆ ਕਰਕੇ ਉਹ ਕਹਿੰਦਾ ਕਿ ਮੇਰੇ ਜਾਂ ਤਾਂ ਮਗਰ ਲੱਗੋ ਜਾਂ ਫਿਰ ਆਪਦਾ ਆਰਾਮ ਨਾਲ ਘਰੇ ਬੈਠੋ। ਤੁਸੀਂ ਕੌਣ ਹੋ ਪੰਥ ਦੀ ਹੋਰ ਤਰੀਕੇ ਨਾਲ ਸੇਵਾ ਕਰਨ ਵਾਲੇ? ਜਿਹੜਾ ਸਭ ਤੋਂ ਵੱਖਰੇ ਤਰੀਕੇ ਨਾਲ ਕੌਮ ਦੀ ਗੱਲ ਕਰਦਾ ਉਹਦੀ ਐਸੀ ਤੈਸੀ। ਇਹ ਸਾਰਾ ਕੁਝ ਜਿਹੜਾ ਹੈ ਅੱਜ ਦੇ ਸਮੇਂ ਦੀ ਸੱਚਾਈ ਹੈ। ਇਹਦੇ ਵਿੱਚ ਹੀ, ਇਸ ਗੱਲ ਦੇ ਵਿੱਚ ਹੀ ਭਾਈ ਅਮਰਤਪਾਲ ਸਿੰਘ ਵਾਲੇ ਸਵਾਲ ਦਾ ਜਵਾਬ ਹੈ। ਜਦੋਂ ਭਾਈ ਅਮਰਤਪਾਲ ਸਿੰਘ ਦੀ ਕਮਾਂਡ ਹੇਠ ਸਾਰਾ ਇਹ ਫਨੋਮਨਾ ਜ਼ੋਰ ਫੜ ਰਿਹਾ ਸੀ, ਉਦੋਂ ਇਹ ਵਾਰ-ਵਾਰ ਉਭਾਰੀ ਜਾ ਰਹੀ ਸੀ ਗੱਲ ਵੀ ਜਾਂ ਤਾਂ ਅਮਰਤਪਾਲ ਸਿੰਘ ਦੇ ਮਗਰ ਲੱਗੋ ਤੇ ਬਾਕੀ ਸਾਰੇ ਤੁਸੀਂ ਦੁਕਾਨਾਂ ਖੋਲੀ ਬੈਠੇ ਹੋ। ਦੁਕਾਨਾਂ ਦੱਸਦੇ ਸੀ ਉਹਨਾਂ ਧਿਰਾਂ ਧੜਿਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਕਿਸੇ ਵੇਲੇ ਦਿੱਲੀ ਨੂੰ ਬਿਪਤਾ ਪਾਈ ਰੱਖੀ। ਧੰਨ ਨੇ ਉਹ ਲੋਕ ਜਿਨ੍ਹਾਂ ਨੇ ਖਾਲਿਸਤਾਨ ਦੇ ਏਜੰਡੇ ਨੂੰ ਡਿੱਗਣ ਨਹੀਂ ਦਿੱਤਾ, ਜਿਨ੍ਹਾਂ ਨੇ ਖਾਲਿਸਤਾਨ ਦੇ ਸੰਘਰਸ਼ ਨੂੰ, ਬਾਬਾ ਜਰਨੈਲ ਜਿੰਨੇ ਜੋਗੇ ਸੀ। ਹੁਣ ਹਰੇਕ ਬੰਦਾ ਤਾਂ ਬਾਬਾ ਜਰਨੈਲ ਸਿੰਘ ਜਿੱਡੀ ਸ਼ਖਸੀਅਤ ਨਹੀਂ ਹੋ ਸਕਦਾ, ਜਿੰਨੇ ਜੋਗੇ ਸੀ ਅਗਲੇ ਨੇ ਕੀਤਾ। ਤੇ ਉਹਨਾਂ ਸਾਰਿਆਂ ਦੀ ਜਿਸ ਤਰੀਕੇ ਨਾਲ ਮਿੱਟੀ ਪਲੀਤ ਕੀਤੀ ਗਈ, ਜਿਸ ਤਰੀਕੇ ਨਾਲ ਅਵਾ ਤਵਾ ਬੋਲਿਆ ਗਿਆ, ਉਹ ਸਾਰਾ ਕੁਝ ਇੰਨੀ ਗੱਲ ਸੀ ਵੀ ਚਾਹੇ ਤੁਸੀਂ ਜਿੰਨੇ ਮਰਜ਼ੀ ਭੈੜੇ ਮਾੜੇ ਹੋਵੋ, ਜੇ ਤੁਸੀਂ ਭਾਈ ਅਮਰਤਪਾਲ ਸਿੰਘ ਦੇ ਝੰਡੇ ਹੇਠ ਆ ਜਾਂਦੇ ਹੋ ਫਿਰ ਤੁਸੀਂ ਮਹਾਨ ਹੋ, ਨਹੀਂ ਤੁਸੀਂ ਐਸੀ ਤੈਸੀ। ਤੋ ਇਹ ਜਦੋਂ ਕੀਤਾ ਜਾ ਰਿਹਾ ਸੀ ਉਦੋਂ ਦੂਜਾ ਸੀ ਵੀ ਆਰਾਮ ਨਾਲ ਘਰੇ ਬੈਠੋ। ਤੋ ਦੂਜੀ ਧਿਰ ਵੱਲੋਂ ਵੀ ਕੁਝ ਗੱਲਾਂ ਜਦੋਂ ਕੀਤੀਆਂ ਜਾਂਦੀਆਂ ਸੀ, ਉਹਨਾਂ ਦੀ ਗਲਤ ਜਿਹੜੀ ਸੀ ਗੱਲ, ਉਹ ਤਾਂ ਗਲਤ ਸੀਗੀ, ਉਹ ਜਿਹੜੀ ਸਹੀ ਵੀ ਕਹਿੰਦੇ ਸੀ ਉਹਦੀ ਵੀ ਐਸੀ ਤੈਸੀ ਦਿੱਤੀ ਗਈ। ਤੋ ਨਤੀਜਾ ਇਹ ਨਿਕਲਿਆ ਕਿ ਆਪਸੀ ਦੂਰੀਆਂ
ਹੁਣ इस गल नूं मन्नण दी बजाए आपदी मर्जी की व्याख्या कराउण दी हर एक नूं खुल आ, पर सच्चाई ये आ कि आपस विच ही दूरियां इन्नियां क बन गईयां सी, इन्ना क कड़त्तण जां नफरत पाटो धाड़ इन्नी क हो चुकी सी। जिदण भाई अमरतपाल सिंह वाले धिर दे दुआले स्टेट ने जाल बुणिया, सख्ती कीती, बाकी धिरां लई ਇਹ गल फिर इउं ही सी भी साडी किहड़ा तूं गल सुणदा, साडे तां तूं आपदे चेले बालकिਆਂ ਤੋਂ सोशल मीडिया ਦੇ ਉੱਤੇ ਜੁੱਤੀਆਂ ਪਵਾਉਣਾ। तो ਜਿਹੜਾ कुछ उदों वापरिया ਉਹਦੇ ਵਿੱਚ ਇਹ आस करनी कि बाद ਵਿੱਚ लोग ਉਹਦੇ ਲਈ ਮੋਰਚੇ ਲਾਉਣਗੇ ਜਾਂ ਕਰਨਗੇ, ਉਹਨਾਂ ਦੀ ਤਾਂ ਗੱਲ ਰਹਿ ਨਹੀਂ ਸੀਗੀ ਬਾਕੀ ਧਿਰਾਂ ਧੜਿਆਂ ਦੀ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਭਾਈ ਦੀਪ ਸਿੱਧੂ ਜਦੋਂ ਆਪਾਂ ਦੇਖਦੇ ਆ, ਜਦੋਂ ਇਲੈਕਸ਼ਨਾਂ 'ਚ ਉਹਨੇ ਜਿਹੜਾ ਸਭ ਤੋਂ ਵੱਡਾ ਮਾਰਕਾ ਮਾਰਿਆ, ਜਦੋਂ ਇੱਕ ਪਾਸੇ ਕਿਰਪਾਨ ਸ੍ਰੀ ਸਾਹਿਬ ਤੇ ਇੱਕ ਪਾਸੇ ਝਾੜੂ ਫੜ ਕੇ ਸਾਰੀ ਲਕੀਰ ਖਿੱਚੀ, ਇਤਿਹਾਸਕ ਗੱਲ ਕੀਤੀ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਵੀ ਕੋਈ ਸਾਥ ਸਹਿਯੋਗ ਚੱਜ ਹੱਲ ਨਾਲ ਜੇ ਨਹੀਂ ਦੇ ਸਕੇ ਤਾਂ ਇਹਦੇ ਕਾਰਨ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਮਰਥਕ ਸੀ ਉਹਨਾਂ ਨੂੰ ਲੱਭਣੇ ਚਾਹੀਦੇ। ਕਿੱਥੇ ਗਏ ਉਹ ਵਾਰਸ ਪੰਜਾਬ ਦੀ ਜਥੇਬੰਦੀ? ਕਿਉਂ ਨਹੀਂ ਉਹਨਾਂ ਲੋਕਾਂ ਨੇ ਬਾਅਦ ਚ ਜ਼ਿੰਮੇਵਾਰੀ ਸੰਭਾਲੀ? ਚੇਤੇ ਕਰੋ ਪਿਛਲੇ ਦਿਨੀ ਇੱਕ ਬਘੇਲ ਸਿੰਘ ਨਾਂ ਦਾ ਇੰਗਲੈਂਡ ਤੋਂ ਲੰਡਨ ਤੋਂ ਅਸੀਂ ਸੁਣਿਆ, ਰਘੁਵੀਰ ਸਿੰਘ ਨਾਲ ਉਹਨੇ ਆਪਦੇ ਚੈਨਲ ਤੇ ਗੱਲਬਾਤ ਕੀਤੀ, ਉਹਦੇ ਚ ਵੀ ਉਹਨੇ ਗੱਲ ਕਹੀ ਕਿ ਅਸੀਂ ਇੱਥੇ ਅਵਤਾਰ ਸਿੰਘ ਖੰਡੇ ਨੂੰ ਇੰਗਲੈਂਡ ਚ ਕਿਹਾ ਕਿ ਸਾਰੇ ਸੰਸਾਰ ਪੱਧਰ ਦਾ ਇੱਕ ਨੈਟਵਰਕ ਬਣਾ ਲਿਆ ਜਾਵੇ। ਪਰ ਉਹ ਕਹਿੰਦੇ ਵੀ ਸਾਡਾ ਉੱਥੇ ਕਮੇਟੀ ਬਣਾਈ ਹੋਈ ਹੈ ਇੱਕ, ਤੇ ਉਦੋਂ ਜਦੋਂ ਕਮੇਟੀ ਬਣਾਈ ਹੋਈ ਦੀ ਗੱਲ ਆਈ ਤੇ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਦੇ ਕੁਝ ਸਿੰਘ ਫੜੇ ਗਏ ਤਾਂ ਉਹ ਬਾਕੀ ਕਮੇਟੀ ਜਿਹੜੀ ਸੀ ਉਹ ਵੀ ਆਪਦਾ ਕੋਈ ਨਹੀਂ ਕਰ ਸਕੀ, ਜਦੋਂ ਕਿ ਜੇਕਰ ਉਸ ਨੌਜਵਾਨ ਬਘੇਲ ਸਿੰਘ ਦੇ ਹਿਸਾਬ ਨਾਲ ਸੋਚਿਆ ਜਾਵੇ ਤਾਂ ਕਾਫੀ ਕੁਝ ਕਰਨ ਦੀ ਸਮਰੱਥਾ ਸੀ। ਪਰ ਬਾਕੀਆਂ ਨੂੰ ਸਾਰਿਆਂ ਨੂੰ ਤਾਂ ਆਪਾਂ ਧੱਕਤਾ ਪਰਾਂ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਦੁਆਲੇ ਸਟੇਟ ਨੇ ਸ਼ਿਕੰਜਾ ਕੱਸਤਾ। ਫਿਰ ਧਰਨੇ ਮੁਜ਼ਾਹਰੇ ਕਿਹਨੇ ਕਰਨੇ ਸੀ? ਪਰ ਫਿਰ ਵੀ ਬਾਬਾ ਰਾਮ ਸਿੰਘ ਸੰਗਰਾਮਾਂ ਵਾਲੇ ਜਿਹੜੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਚੋਂ ਆ ਤੇ ਜਿਨ੍ਹਾਂ ਦਾ ਦਮਦਮੀ ਟਕਸਾਲ ਦੇ ਇਤਿਹਾਸ ਵਿੱਚ ਵੀ ਇੱਕ ਬੜਾ ਯੋਗਦਾਨ, ਉਹਨਾਂ ਨੇ ਜਿਹੜੇ ਵਜ਼ੀਰ ਸੀ ਉਹ ਕੱਢਣ ਕਢਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਵੀ ਜਾਂ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਵੀ ਉਹੋ ਜਿਹਾ ਸਾਥ ਸਹਿਯੋਗ ਨਹੀਂ ਮਿਲਿਆ ਜਿਹੋ ਜਿਹਾ ਹੋਣਾ ਚਾਹੀਦਾ ਸੀ। ਤੇ ਉਹ ਵੀ ਫਿਰ ਇੱਕ ਤਰੀਕੇ ਨਾਲ ਉਦਾਸ ਹੋ ਕੇ ਜਾਂ ਨਿਰਾਸ਼ ਹੋ ਕੇ ਬਹਿ ਜੇਗੇ। ਅੰਤ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਹੀ ਮੂਹਰੇ ਲੱਗਣਾ ਪਿਆ। ਉਹਨਾਂ ਦੇ ਮਾਤਾ ਜੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੰਜਾਂ ਤਖਤਾਂ ਉੱਤੇ ਵੀ ਯਤਨ ਕੀਤਾ, ਸੰਗਤ ਜੁੜੀ। ਤੇ ਅੱਜ ਦੇ ਜੇ ਮਾਹੌਲ ਤੇ ਗੱਲ ਕਰੀਏ, ਜੇਕਰ ਅੱਜ ਵੀ ਸੰਭਲ ਜਾਈਏ, ਜਿਨ੍ਹਾਂ ਨੇ ਇਹ ਸੁਣ ਕੇ ਜਿਹੜਾ ਕੁਛ ਅਸੀਂ ਗੱਲ ਕਹਿ ਰਹੇ ਹਾਂ ਆਬਾ ਬੋਲਣਾ ਉਹਨਾਂ ਨੂੰ ਪੂਰੀ ਖੁੱਲ੍ਹ ਆ, ਪਰ ਅਸੀਂ ਤਾਂ ਪੰਥ ਦਾ ਦਰਦ ਰੱਖਦੇ। ਮੰਨ ਲਈ ਗੱਲ ਕਿ ਉਹ ਸਾਰੇ ਬਹੁਤ ਭੈੜੇ ਗੰਦੇ ਨੀਚ ਬੰਦੇ ਆ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਦਾ ਸਾਥ ਨਹੀਂ ਦਿੱਤਾ ਤੇ ਬੀਤੇ ਦੌਰ ਵਿੱਚ ਖਾਲਿਸਤਾਨ ਦਾ ਝੰਡਾ ਚੱਕੀ ਰੱਖੇ, ਮੰਨ ਲਈ ਗੱਲ। ਪਰ ਇਤਿਹਾਸ ਵਿੱਚ ਜੇ ਨਜ਼ਰ ਮਾਰੀਏ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਹੁਤ ਵੱਡੀ ਸ਼ਖਸੀਅਤ ਸੀ। ਉਹਨਾਂ ਦਾ ਬੱਬਰ ਖਾਲਸਾ ਨਾਲ 1983-84 ਦੇ ਵਿੱਚ ਜਿਵੇਂ ਟਕਰਾ ਰਿਹਾ, ਉਹ ਇਤਿਹਾਸ ਵਿੱਚ ਇੱਕ ਪੂਰੀ ਤਰ੍ਹਾਂ ਸਭ ਨੂੰ ਪਤਾ ਵੀ ਕੀ ਕੁਛ ਉਦੋਂ ਵਾਪਰਿਆ। ਆਪਸ ਵਿੱਚ ਹੀ ਮਾੜਾ ਚੰਗਾ ਵੀ ਬੋਲਿਆ ਗਿਆ, ਪਰ ਬਾਅਦ ਵਿੱਚ ਬੱਬਰ ਖਾਲਸਾ ਨੇ ਸੰਤ ਭਿੰਡਰਾਂ ਵਾਲਿਆਂ ਦੇ ਸੰਘਰਸ਼ ਨੂੰ ਅੱਗੇ ਵਧਾਇਆ ਵੀ ਤੇ ਉਹਦੇ ਵਿੱਚ ਹੀ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ। ਸੰਤ ਭਿੰਡਰਾਂ ਵਾਲਿਆਂ ਦਾ ਅਦਬ ਸਤਿਕਾਰ ਬੱਬਰ ਖਾਲਸਾ ਵਾਲੇ ਕਰਦੇ ਕਰਾਉਂਦੇ ਰਹੇ, ਅਖੰਡ ਕੀਰਤਨੀ ਜਥੇ ਵਾਲੇ ਕਰਦੇ ਕਰਾਉਂਦੇ ਰਹੇ। ਜਿਹੜੀ ਸੰਗਤ 6 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸਾਰੇ ਜੁਝਾਰੂਆਂ ਦੇ ਸ਼ਹੀਦੀ ਦਿਹਾੜੇ ਮੌਕੇ ਇੱਥੇ ਪਹੁੰਚੀ ਹੁੰਦੀ, ਉਹੀ ਸੰਗਤ ਬੱਬਰ ਖਾਲਸਾ ਦੇ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਮੌਕੇ ਅਗਸਤ ਮਹੀਨੇ 'ਚ ਦਾਸੂਵਾਲ ਪਹੁੰਚੀ ਹੁੰਦੀ। ਸੰਗਤ ਲਈ ਬਾਬਾ ਜਰਨੈਲ ਸਿੰਘ ਜੀ ਵੀ ਸਤਿਕਾਰਯੋਗ ਨੇ ਤੇ ਭਾਈ ਸੁਖਦੇਵ ਸਿੰਘ ਬੱਬਰ ਵੀ ਸਤਿਕਾਰਯੋਗ ਨੇ। ਇਹ ਵੱਖਰੀ ਗੱਲ ਆ ਕਿ ਜਦੋਂ ਧਰਮ ਯੁੱਧ ਮੋਰਚੇ ਵਿੱਚ 1982, 83, 84 ਦਾ ਮਾਹੌਲ ਆ, ਉਦੋਂ ਇਹਨਾਂ ਦੋਨਾਂ ਸ਼ਖਸੀਅਤਾਂ ਦਾ ਟਕਰਾਅ ਹੋਣਾ ਹੋਰ ਗੱਲ ਆ। ਜੇਕਰ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਜੁਝਾਰੂ ਸ਼ਖਸੀਅਤਾਂ ਦੇ ਵਿਚਾਲੇ ਕੋਈ ਮਤਭੇਦ, ਕੋਈ ਦੂਰੀ,
कोई आपस विच ही फर्क रह गया तां एड्डी कोई तोप नहीं चल गई जिहड़ा साडे सोशल मीडिया वाले सदा लई ਉਹਦੇ ਚ मतलब कहते आ भी ਜਿਹੜਾ ਧੂਣੀ ਚ ਡੱਕਾ ਸੁੱਟੀ ਚੱਲੋ तेल पाई चलो भांबड़ बचा के रखो किते क्योंकि पंप देना आउंदा सलीके नाल गल समझाउण दी सुलझाउण दी नेड़े लियाउण दी पंथ च एकता करन कराउण दी नेड़े लाउण दी तां बिरती होई है नहीं इस बिरती ने आ जिहड़ा किसान संघर्ष चल रहा उत्थे भी यही काम फड़िया होया वा भी जेड़े जेड़े बंदियां ने आ नहीं कीता ओनू गालां कड्डो जेड़ा बंदा इत्थे आऊ ओदी दाढ़ी पट्टो इत्थे आई दी बेइज्जती करो होना तो यह चाहिए भी हरेक बंदा किसान संघर्ष विच आउण लई जे उहदे दिल विच है तो वह बेझिझकाच आ सके माहौल उल्ट बन रहा कि हरेक बंदे नूं डर पै रहा भी उत्थे पता नहीं दूजी धिर दे किसी बंदे नूं कोई मेरी किसी गल तो समस्या होवे मैनूं तां चित्त चेते ही ना होवे कि इस गल करके मैनूं उत्थे घेरिया जा सकदा ते होर ना उत्थे जलूस कढा लईए अगला कहंदा इत्थे रहिए एक बारी जदों गुरबख्श सिंह खालसा दा चलदा सी मसला उदों भी कुछ पंजाब दे अकाली दल नाल संबंधित पंथक सभा वाले जथेदार गुरचरण सिंह टौड़ा वाली धिर दे आगू जिहड़े सी उन्हां ने उत्थे जाना चाहिया उत्थे उन्हां नाल नौजवानां ने बदसलूकी कीती साडे नाल फोन ते गल होई तां मैं ही उन्हां नूं आखिया मैं कहा भी इन्हां नूं रोकना टोकना साडे बस दी गल नहीं है सो कोई तां शख्सियत बचा लईए कोई तां बंदा बच जावे जी तो आपां नूं होए कि ਇਹਦੇ ਨਾਲ ਸਾਡੀ ਭਾਵੇਂ ਅਸਹਿਮਤੀ ਆ ਪਰ ਅਸੀਂ ਇਹਦਾ ਤਿਰਸਕਾਰ ਨਹੀਂ ਕਰਦੇ ਆਪਾਂ ਉਲਟ ਕੰਮ ਫੜਿਆ ਹੋਇਆ ਕਿ ਕੋਈ ਵੀ ਸ਼ਖਸੀਅਤ ਨਹੀਂ ਛੱਡਣੀ ਜਿਹਦੇ ਅਸੀਂ मतलब सिर ते पग रहन दित्ती होवे दाढ़ी नूं हत्थ ना पाया होवे बेइज्जती करन नूं असीं कोई राह ना अपनाया कि हिंदुआं दे सारे ਜਿਹੜੇ ਉੱਥੇ ਸਰਗਰਮ ਆਗੂ ਨੇ ਉਹਨਾਂ ਦੇ ਆਪਸ ਵਿੱਚ ਕੋਈ ਮਸਲੇ ਨਹੀਂ ਹੈਗੇ ਹਿੰਦੂਆਂ ਦਾ ਤਾਂ ਜਲੂਸ ਕਦੇ ਨਿਕਲਦਾ ਨਹੀਂ ਦੇਖਿਆ ਕਾਂਗਰਸ ਵਾਲੇ ਵੀ ਹਿੰਦੂ ਨੇ बीजेपी वाले भी हिंदू ते जेड़े कामरेड ने बहुत वो भी हिंदू परिवारां चों बथेरे हरेक धैर विच सियासी धैर विच विश्व हिंदू परिषद वाले आ जिहड़े शंकराच राम मंदिर वाले दिनां च पिछले दिनां च किन्ने आपस विच उन्हां दे वखरेवे आए सन पर जिन्ना नीवें पद्धर ते करैक्टर असासीनेशन करन तक आपां जाने ये गल्लां किसी ने कहणियां नहीं क्योंकि डरदे आ लोग गालां तो डरदे ने पर अज हिम्मत कीती आ सच्चे पातशाह ये भी हिम्मत जिहड़ी हैगी आ बरकरार रखण गाला गूला भैड़ा माड़ा चंगा जिहड़ा जिन्हां नूं कहण दी आदत पई होई आ ओह कहंदे रहण सानूं भी कह लैण पर पंथ दी होणी देख के भी असीं इस चीज चों खट्टांगे की हरेक दी पग लाउण दी जिहड़ी ये बिरती आ इहदे चों निकलूगा की इस बुरछा गुरदी करदी नूं असीं पंप देई चलीए मैं भी लग जाना ਚੱਕ ਦੋ ਫੱਟੇ ਉਡਾ ਦੋ ਬੂਗੀ ਜਿਹੜਾ ਵੀ ਸਿੱਖ ਬੋਲਦਾ ਜਿਹਦੇ ਨਾਲ ਵਿਚਾਰਾਂ ਦੀ ਮਾੜੀ ਜਿਹੀ ਵੀ ਅਸਹਿਮਤੀ ਆ ਉਹਦੀ ਜਲੂਸ ਕੱਢੋ ਉਹਨੂੰ ਘੇਰ ਲਓ ਉਹਦਾ ਬਾਜਾ ਵਜਾ ਦੋ ਪੂਰਾ ਇਹ ਚੀਜ਼ ਬੜੀ ਸੌਖੀ ਆ ਇਹ ਕਹਿਣੀ ਪਰ ਇਹਦੇ ਨਤੀਜੇ ਬੜੇ ਖਤਰਨਾਕ ਨਿਕਲਣ ਜੇਕਰ ਅੱਜ ਜਿਹੜੇ ਆ ਨੌਜਵਾਨ ਪੰਥਕ ਸਭਾ 'ਚ ਆ ਰਹੇ ਨੇ ਜੇਕਰ ਇਹਨਾਂ ਨੂੰ ਰੋਕਿਆ ਟੋਕਿਆ ਨਾ ਚੈੱਕ ਐਂਡ ਬੈਲੈਂਸ ਜਿਹਨੂੰ ਕਹਿੰਦੇ ਆ ਵੀ ਆਪਾਂ ਉਹਨਾਂ ਨੂੰ ਕਿਸੇ ਗੱਲ ਦੇ ਉੱਤੇ ਕਹਿਣਾ ਵੀ ਭਾਈ ਆ ਗੱਲ ਸਾਨੂੰ ਤਾਂ ਸਾਡੇ ਵੇਲੇ ਚਪੇੜਾ ਤੱਕ ਦਾ ਡਰ ਹੁੰਦਾ ਸੀ ਜਿਹੜੇ ਸਾਡੇ ਸੀਨੀਅਰ ਹੁੰਦੇ ਸੀ ਵੀ ਯਾਰ ਅਸੀਂ ਕੋਈ ਇਹੋ ਜਿਹੀ ਅੱਜ ਵੀ ਜਿਹੜੇ ਸੰਘਰਸ਼ ਵਿੱਚ ਵੱਡੇ ਸਾਡੇ ਨਾਮਵਰ ਆਗੂ ਰਹੇ ਨੇ ਉਹਨਾਂ ਤੋਂ ਸਾਨੂੰ ਅੱਜ ਵੀ ਸਤਿਕਾਰ ਦੇ ਕਰਕੇ ਸਤਿਕਾਰ ਕਰਦੇ ਆ ਇੱਥੇ ਭਾਈ ਪੰਜਵੜ ਦਾ ਜਿੱਦਣ ਦਰਬਾਰ ਸਾਹਿਬ ਦੇ ਵਿੱਚ ਅਸੀਂ ਭੋਗ ਸੀਗਾ ਉਸ ਦਿਨ ਕਿਸੇ ਸੱਜਣ ਨੇ ਕਿਹਾ ਕਿ ਤੁਸੀਂ ਅੱਜ ਮੈਂ ਕਿਹਾ ਜੀ ਸਾਡੇ ਸੀਨੀਅਰ ਨੇ ਸਾਡੇ ਅਸੀਂ ਇਹਨਾਂ ਤੋਂ ਉਦੋਂ ਵੀ ਇਹਨਾਂ ਦੇ ਆਗੂ ਮੰਨਦੇ ਸੀ ਅੱਜ ਵੀ ਤੋ ਜਿਹੜੇ ਸਾਡੇ ਪੰਥਕ ਸਭਾ ਦੇ ਵਿੱਚ ਆਗੂ ਨੇ ਸ਼ਖਸੀਅਤਾਂ ਨੇ ਜਥੇਬੰਦੀਆਂ ਨੇ ਉਹਨਾਂ ਦੀ ਹਰੇਕ ਦੀ ਬੇਇੱਜ਼ਤੀ ਬੇਅਦਬੀ ਕਰਨ ਵਾਲਾ ਜਿਹੜਾ ਮਾਹੌਲ ਬਣ ਗਿਆ ਇਹਦੇ ਖਿਲਾਫ ਬੋਲਣਾ ਇਹਦੇ ਉਲਟ ਨੈਰੇਟਿਵ ਸਿਰਜਣਾ ਗੱਲ ਤਾਂ ਬੜੀ ਕਸੂਤੀ ਹੈ ਕਿਉਂਕਿ ਅਗਲੇ ਕਿਸੇ ਦੀ ਸੁਣਦੇ ਨਹੀਂ ਪਰ ਗੱਲ ਤਾਂ ਕਰਨੀ ਪਊ ਇੱਕ ਵਾਰ ਭਾਈ ਗਜਿੰਦਰ ਸਿੰਘ ਇੱਕ ਉਹਨਾਂ ਦੀ ਕਵਿਤਾ ਇਸ ਗੱਲ ਤੇ ਪੂਰੀ ਉਦੋਂ ਪੰਜਾਬ ਦੇ ਵਿੱਚ ਕੋਈ ਬਹੁਤ ਇਹੋ ਜਿਹੀ ਵਾਰਦਾਤ ਹੋ ਗਈ ਜੀ ਤੋਂ ਉਹਨਾਂ ਨੇ ਇੱਕ ਲੰਬਾ ਚੌੜਾ ਲੇਖ ਲਿਖ ਦਿੱਤਾ ਜਿਹੜਾ ਸੰਤ ਸਿਪਾਹੀ ਮੈਗਜ਼ੀਨ 'ਚ ਇੱਥੇ ਛਪਿਆ ਉਦੋਂ ਉਹ ਪਾਕਿਸਤਾਨ ਜੇਲ੍ਹ 'ਚ ਸੀ 1990 ਦੀ ਗੱਲ ਚੀਮਾ ਬਾਠ ਦੀ ਘਟਨਾ ਸੀ ਮਹਿਤਾ ਚੌਕ ਦੇ ਨੇੜੇ ਪਿੰਡ ਬਾਅਦ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਤੇ ਕੁਝ ਹੋਰ ਸਿੱਖ ਜੁਝਾਰੂ ਉਹਨਾਂ ਨੂੰ ਮੁਲਾਕਾਤ ਕਰਕੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਤੇ
ਉਸ ਤੋਂ ਬਾਅਦ ਚ ਭਾਈ ਗਜਿੰਦਰ ਸਿੰਘ ਨੇ ਉਹ ਕਵਿਤਾ ਲਿਖੀ, ਜਿਹੜੀ ਜਦੋਂ ਆਪਾਂ ਇੱਥੇ ਉਹਨਾਂ ਦੀਆਂ ਸਾਰੀਆਂ ਕਵਿਤਾਵਾਂ ਜਿਹੜੀਆਂ ਬੈਨ ਹੋਈਆਂ ਸੀ ਉਹ ਵੀ ਇਕੱਠੀਆਂ ਕਰਕੇ ਛਾਪੀਆਂ, ਉਹਦੇ ਵਿੱਚ ਵੀ ਉਹ ਕਵਿਤਾ ਲਿਖੀ, ਜਿਹਦੇ ਵਿੱਚ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਮਿੱਤਰੋ ਤੁਸੀਂ ਇਹ ਮਿਹਣਾ ਮਾਰਿਆ ਵੀ ਤੁਸੀਂ ਹੁਣ ਕੁਝ ਕਰਨ ਜੋਗੇ ਨਹੀਂ, ਵੀ ਇਹ ਜਿਹੜਾ ਅਸੀਂ ਜਿੱਥੇ ਸੰਘਰਸ਼ ਨੂੰ ਲੈ ਗਏ ਆ ਵੀ ਹੁਣ ਤਾਂ ਪੰਜਾਬ 'ਚ ਹਵਾ ਵੀ ਸਾਨੂੰ ਪੁੱਛ ਕੇ ਚੱਲਦੀ ਆ, ਪਰ ਇਹ ਜਿਹੜਾ ਸੰਘਰਸ਼ ਆ ਇਹਦੇ 'ਚ ਸਾਡਾ ਵੀ ਕੁਝ ਹੈ, ਅਸੀਂ ਵੀ ਇਹਦੇ ਲਈ ਕੁਝ ਕੀਤਾ, ਤੇ ਜਿਹੜਾ ਨਕਸ਼ਾ ਚੱਕ ਕੇ ਤੁਸੀਂ ਅੱਜ ਤੁਰੇ ਹੋਏ ਹੋ ਖਾਲਿਸਤਾਨ ਦੀ ਜਿਹੜੀ ਗੱਲ ਕਰ ਰਹੇ ਹੋ, ਜਦੋਂ ਇਹ ਸਾਡਾ ਹੀ ਵਾਹਿਆ ਹੋਇਆ, ਤੇ ਜਦੋਂ ਅਸੀਂ ਇਹ ਨਕਸ਼ਾ ਲੈ ਕੇ ਖਾਲਿਸਤਾਨ ਦਾ ਏਜੰਡਾ ਲੈ ਕੇ ਅੱਗੇ ਵਧ ਰਹੇ ਸੀ, ਤੁਸੀਂ ਉਦੋਂ ਅਜੇ ਜਾਗੇ ਵੀ ਨਹੀਂ ਸੀ, ਤੇ ਜਦੋਂ ਅਸੀਂ ਅਸਮਾਨ ਦੀਆਂ ਬੁਲੰਦੀਆਂ ਛੋਹ ਰਹੇ ਸੀ, ਜਦੋਂ ਸੰਤ ਭਿੰਡਰਾਂਵਾਲੇ ਕਹਿੰਦੇ ਹੁੰਦੇ ਸੀ ਵੀ ਮੈਨੂੰ ਮੁੱਲ ਖਰੀਦ ਲਿਆ ਸੰਤ ਨੇ ਗਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ, ਵੀ ਇਹ ਗੱਲ ਜਦੋਂ ਅਸੀਂ ਬੁਲੰਦੀਆਂ ਛੋਹ ਰਹੇ ਸੀ ਉਦੋਂ ਤੁਸੀਂ ਲਾਗੇ ਚਾਗੇ ਵੀ ਨਹੀਂ ਸੀ, ਤੇ ਜਦੋਂ ਵੀ ਸਾਨੂੰ ਮੌਕਾ ਬਣੂਗਾ ਤੁਹਾਡੀ ਗੱਲ ਨੂੰ ਸਰਵਣਾ ਵੀ ਹੈ ਜਿਹੜੀ ਗੱਲ ਸਹੀ ਹੋਊਗੀ, ਤੇ ਜਿੱਥੇ ਸਾਨੂੰ ਤੁਹਾਡੀ ਗੱਲ ਦੇ ਉੱਤੇ ਬੇਇਤਫਾਕੀ ਹੋਊਗੀ ਉੱਥੇ ਅਸੀਂ ਤੁਹਾਨੂੰ ਟੋਕਣਾ ਵੀ। ਜਿਹੜੀ ਉਹ ਕਵਿਤਾ ਸੀ ਭਾਜੀ ਗਜਿੰਦਰ ਸਿੰਘ ਦੀ, ਉਹ ਸਾਰੀ ਦੀ ਸਾਰੀ ਕਵਿਤਾ ਮੈਨੂੰ ਬਾਰ-ਬਾਰ ਟੁੰਬਦੀ ਆ ਕਿ ਅੱਜ ਮੈਂ ਆਪਣੇ ਭਰਾਵਾਂ ਨੂੰ ਕਹਾਂ, ਕਿਉਂਕਿ ਉਦੋਂ ਤਾਂ ਗੋਲੀਆਂ ਤੋਪਾਂ ਬੰਬਾਂ ਵਾਲਾ ਜ਼ਮਾਨਾ ਸੀ ਤੇ ਅਗਲੇ ਠਾਹ ਗੋਲੀ ਮਾਰ ਸਕਦੇ ਸੀਗੇ, ਪਰ ਭਾਈ ਗਜਿੰਦਰ ਸਿੰਘ ਨੇ ਉਦੋਂ ਵੀ ਖਾੜਕੂ ਜਰਨੈਲਾਂ ਨੂੰ, ਖਾੜਕੂ ਜਥੇਬੰਦੀਆਂ ਨੂੰ ਰੋਕਣ ਟੋਕਣ ਦਾ ਇੱਕ ਉਹਨਾਂ ਨੇ ਰਾਹ ਫੜਿਆ। ਅੱਜ ਸਾਡੇ ਭਰਾ ਜਿਹੜੇ ਨੇ, ਚਾਹੇ ਕੋਈ ਗਲਤ ਆ ਕੋਈ ਸਹੀ, ਸਾਰੇ ਹੀ ਸਾਡੇ ਨੇ, ਜੇ ਸਾਡੀਆਂ ਖਾਲਿਸਤਾਨੀ ਪੰਥਕ ਸ਼ਖਸੀਅਤਾਂ ਤੇ ਜਥੇਬੰਦੀਆਂ ਇਸ ਤਰੀਕੇ ਨਾਲ ਇੱਕ ਦੂਜੇ ਦੇ ਟਕਰਾਅ ਵਿੱਚ ਡਟ ਜਾਣ ਕਿ ਬਚੇ ਹੀ ਕੁਛ ਨਾ, ਤੇ ਉਦੋਂ ਅਸੀਂ ਚੁੱਪ ਕਰਕੇ ਬੈਠੇ ਰਹੀਏ ਕਿ ਸਾਨੂੰ ਗਾਲਾਂ ਕੱਢਣਗੇ, ਤਾਂ ਗਾਲਾਂ ਖਾਣੀਆਂ ਮਨਜ਼ੂਰ ਕਰਕੇ, ਮਾੜਾ ਚੰਗਾ ਸੁਣਨਾ ਮਨਜ਼ੂਰ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣਾ ਵਧੀਆ ਸਮਝਾਂਗੇ। ਗੋਲੀ ਥੋੜੀ ਮਾਰ ਦੇਣਗੇ, ਅਵਾ ਤਬਾਈ ਬੋਲਣਗੇ, ਕਿਰਦਾਰ ਕੁਛ ਵੀ ਕਰ ਦੇਣਗੇ ਚਾਰ ਬੰਦੇ, ਕੋਈ ਤਾਂ ਹੋਊਗਾ ਜਿਹੜਾ ਕਹੂਗਾ ਯਾਰ ਗੱਲ ਤਾਂ ਸਹੀ ਪਿੱਟਦੇ ਆ ਇਹ ਲੋਕ। ਤੋਂ ਸਾਨੂੰ ਇਸ ਵੇਲੇ ਉਹਨਾਂ ਸਾਰੇ ਸ਼ਖਸੀਅਤਾਂ, ਜਥੇਬੰਦੀਆਂ, ਵਿਅਕਤੀਆਂ ਦਾ ਸਤਿਕਾਰ ਬਹਾਲ ਰੱਖਣ ਦੇ ਲਈ ਜਿਨ੍ਹਾਂ ਨੇ ਪੰਥ ਲਈ ਕਿਣਕਾ ਮਾਤਰ ਵੀ ਚਾਹੇ ਕੀਤਾ ਹੋਵੇ, ਸੋਚਣਾ ਪਊਗਾ। ਇਹ ਉਸ ਬਿਰਤੀ ਨੂੰ, ਉਹ ਬਿਰਤੀ ਆ ਉਹ ਮੇਰੇ 'ਚ ਵੀ ਹੋ ਸਕਦੀ ਹੈ, ਕਿਸੇ ਹੋਰ 'ਚ ਵੀ ਹੋ ਸਕਦੀ ਹੈ ਕਿ ਕਿਸੇ ਦੀ ਐਵੇਂ ਹੀ ਕਿਰਦਾਰ ਕੁਸ਼ੀ ਕਰਦੇ ਰਹੇ, ਐਵੇਂ ਹੀ ਆਪਦੇ ਬੰਦੇ ਨੂੰ ਵਡਿਆਉਣ ਲਈ, ਆਪਦੀ ਧਿਰ ਨੂੰ ਵੱਡਾ ਕਰਨ ਲਈ ਦੂਜਿਆਂ ਨੂੰ ਨੀਵਾਂ ਦਿਖਾਉਂਦੇ ਨੇ। ਅੱਜ ਹੋਣਾ ਤਾਂ ਇਹ ਚਾਹੀਦਾ ਕਿ ਜੇਕਰ ਭਾਈ ਅਮਰਤਪਾਲ ਸਿੰਘ ਤੇ ਸੰਕਟ ਆਇਆ ਤਾਂ ਸਾਰੀ ਕੌਮ ਜਿਹੜੀ ਆ ਉਹਦੇ ਮਗਰ ਖੜ ਜਾਵੇ, ਪਰ ਇੱਥੇ ਅਸੀਂ ਜਦੋਂ ਭਾਈ ਨਿੱਜਰ ਦੇ, ਭਾਈ ਪੰਜਵੜ ਦੇ ਕਤਲਾਂ ਤੋਂ ਬਾਅਦ ਦਰਬਾਰ ਸਾਹਿਬ 'ਚ ਪ੍ਰੋਗਰਾਮ ਕੀਤੇ, ਤਾਂ ਸਾਨੂੰ ਇਹ ਗੱਲ ਕਹਿੰਦੇ ਆ ਦਿਲ ਪਾਟਦਾ ਕਿ ਅਸੀਂ ਇੱਕ ਗਿਣਤੀ ਜਿਹਦੇ ਵਿੱਚ ਇੱਥੇ ਸਿੰਘ ਸੀ, ਕਿਉਂ ਐਡੀ ਘੱਟ ਗਿਣਤੀ 'ਚ, ਕਿਉਂ ਅਮਰਤਪਾਲ ਸਿੰਘ ਦੇ ਲਈ ਅਸੀਂ ਵੱਡੇ ਇਕੱਠ ਨਹੀਂ ਕਰ ਪਾ ਰਹੇ, ਕਿਉਂ ਭਾਨੇ ਸਿੱਧੂ ਲਈ ਵੱਡੇ ਵੱਡੇ ਇਕੱਠ ਹੋ ਜਾਂਦੇ ਨੇ। ਇਹ ਸਾਡੀ ਸਾਰੀ ਖਾਲਿਸਤਾਨੀ ਧਿਰ ਲਈ ਚਿੰਤਾ ਹੋਣੀ ਚਾਹੀਦੀ ਹੈ। ਕਿਉਂ ਸਾਡੀ ਉਹ ਧਿਰ ਜਿਹੜੀ ਸੱਚੀ ਸੁੱਚੀ ਪੰਥ ਲਈ, ਕੌਮ ਲਈ ਕੁਰਬਾਨੀਆਂ ਕਰਨ ਵਾਲੀ, ਆਪਦੇ ਆਪ ਨੂੰ ਸਮਰਪਿਤ ਜਿਹੜੀ ਧਿਰ ਵਾ, ਉਹਦੇ ਹੱਕ ਵਿੱਚ ਇਉਂ ਹਵਾ ਨਹੀਂ ਚੱਲ ਰਹੀ। ਪੰਥਕ ਧਿਰਾਂ ਦੀ ਇਹ ਦੁਰਗਤੀ ਕਿਉਂ ਆ, ਪੰਥਕ ਸ਼ਖਸੀਅਤਾਂ ਦਾ ਇੰਨਾ ਜ਼ਿਆਦਾ ਗ੍ਰਾਫ ਹੇਠਾਂ ਕਿਉਂ ਗਿਆ ਹੋਇਆ। ਇਹ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਨ ਦੀ ਬਜਾਏ ਇਹ ਤੋਂ ਡਰਨਾ, ਇਹ ਤੋਂ ਭੱਜਣਾ ਕਿ ਕੋਈ ਗਾਲਾਂ ਕੱਢੂਗਾ, ਕਿਉਂਕਿ ਜਦੋਂ ਆਪਾਂ ਕੋਈ ਗੱਲ ਕਰਾਂਗੇ ਕਿਸ ਦਾ ਨਾਮ ਲੈ ਕੇ ਤਾਂ ਥੋੜਾ ਜਿਹਾ ਸੁਣਨਾ ਪਊਗਾ। ਸੋ ਮੈਂ ਅੱਜ ਜਿੱਥੇ ਸਾਰੇ ਉਹਨਾਂ ਭੈਣ ਭਰਾਵਾਂ ਤੋਂ ਮਾਫੀ ਮੰਗਦਾ ਜਿਨ੍ਹਾਂ ਨੂੰ ਲੱਗਿਆ ਹੋਵੇ ਕਦੀ ਐਵੇਂ ਇਹ ਭਗਾਈ ਮਾਰੀ ਜਾਂਦਾ, ਉੱਥੇ ਨਾਲ ਦੀ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਕੁਝ ਬੀਤ ਗਿਆ ਉਹਨੂੰ ਤਾਂ ਛੱਡੋ, ਅੱਜ ਪ੍ਰੈਜ਼ੈਂਟ ਟੈਂਸ ਵਿੱਚ ਕੁਝ ਇਹੋ ਜਿਹਾ ਸੋਚੀਏ, ਕਰੀਏ, ਉਹ ਸਾਰੀਆਂ ਗੱਲਾਂ ਨੂੰ ਚਾਹੇ ਉਹ ਕੋਈ ਵੀ ਕਰਦਾ ਹੋਵੇ ਉਹ ਤੋਂ ਬਚਣ ਦਾ, ਉਹਨੂੰ ਰੋਕਣ ਟੋਕਣ ਦਾ ਅਮਲ ਤੇਜ਼ ਕਰੀਏ, ਜਿਨ੍ਹਾਂ ਗੱਲਾਂ ਦੇ ਨਾਲ ਸਾਡੇ 'ਚ ਪਾਟੋ ਧਾੜ, ਨਫ਼ਰਤ, ਦਫੇੜ ਵੱਧਦੀ, ਹਰੇਕ ਦੀ ਬੇਇੱਜ਼ਤੀ ਕਰਨ ਦਾ ਰੁਝਾਨ, ਹਰੇਕ ਦੀ ਬੇਅਦਬੀ ਕਰਨ ਦਾ ਰੁਝਾਨ, ਇਹ ਗਲਤ ਆ। ਚੰਗਾ ਰਿਹਾ ਪਰਵਿੰਦਰ ਸਿੰਘ ਝੋਟਾ, ਬਾਬੇ ਬਖਸ਼ੀਸ਼ ਸਿੰਘ ਨੇ ਮੇਰੇ ਨਾਲ 2 ਘੰਟੇ ਪਹਿਲਾਂ ਗੱਲ ਕੀਤੀ, ਉਹਦੀ ਵੀਡੀਓ ਪਾ ਕੇ ਮੈਨੂੰ ਸੈਂਡ ਕੀਤੀ ਵੀਡੀਓ ਵੀ ਭਾਜੀ ਤੁਸੀਂ ਜ਼ਰੂਰ ਪੋਸਟ ਕਰੇ। ਆ ਪਿਛਲੇ ਦਿਨੀ ਜਦੋਂ ਮਸਲਾ ਬਣਿਆ, ਜਥੇਦਾਰ ਆਪਣੇ ਉਹਨੇ ਗੁਰਚਰਨ ਸਿੰਘ ਗਰੇਵਾਲ ਨੇ, ਉਹਨੇ ਵੀ ਸਵੇਰੋਂ ਫੋਨ ਕਰਕੇ ਕਿਹਾ ਜੀ ਤੁਸੀਂ ਠੀਕ ਕੀਤਾ ਸੀ, ਮੇਰੀ ਗਲਤੀ ਸੀ ਜਿਹੜਾ ਮੈਂ ਇਹ ਦਾਅਵਾ ਕਰ ਬੈਠਿਆ ਕਿ ਘੋਟਣੇ ਦੇ ਭੋਗ ਦੇ ਉੱਤੇ ਸ਼੍ਰੋਮਣੀ ਕਮੇਟੀ ਵਾਲੇ ਕਿਵੇਂ ਭੇਜ ਦੇਣਗੇ ਕਿਸੇ ਰਾਗੀ ਨੂੰ, ਪਰ ਮੈਂ ਤਾਂ ਸੋਚ ਕੇ ਸੁਣ ਕੇ ਹੈਰਾਨ ਹੋ ਗਿਆ। ਮੇਰੀ ਆਹ ਵੀਡੀਓ ਬਣਾ ਕੇ ਮੈਂ ਮਾਫੀਨਾਮਾ ਭੇਜ ਰਿਹਾ, ਮੇਰਾ ਜ਼ਰੂਰ ਪੋਸਟ ਕਰਿਓ।
जेकर इस तरीके नाल सातों बड़ा गलतियां हुंदियां ने ते जे असीं माफी भी मंग लैंदे हां तां इह कोई चंगी गल ही कहिए इहनूं, इह कोई माड़ी गल नहीं हैगी। सो जिहड़ा पंथ विच असीं इह वरतारा इस गल नूं शह दिंदे आ, सरपरस्ती दिंदे आ कि बुरशागर्दी वधे, एक दूजे दा जलूस कड्ढण दी, एक दूजे दी पग लाउण दी फितरत वधे, इहदे उत्ते रोक लाउणी पैणी है। तां ही कुछ बचूगा, तां ही दुश्मन दे दिलां च धाक पऊगी। नहीं असीं आपस विच एक दूजे दा जलूस कढदे कढाउंदे किते होर ही जा पवांगे। सो हो सकदा बहुत सारे भैण भरावां नूं गल चंगी लगे, जिन्हां नूं ना चंगी लगे उन्हां दे भी धन्नवादी आ, उन्हां दे भी शुक्रगुजार आ। इत्थे समाप्ति है, फिर मिलांगे जी। नानक नाम चढ़दी कला, तेरे भाणे सरबत दा भला। वाहिगुरू जी का खालसा, वाहिगुरू जी।